ਹੈਲੋ ਜੀ। ਕਾਂਚੀ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਮੈਂ ਤੁਹਾਡੀ ਹਰਮਿੰਦਰ ਕੌਰ ਪੰਜਾਬੀ ਕਲਚਰ ਵਿੱਚ ਜੀ ਆਇਆ ਆਖਦੀ ਹਾਂ। ਸਤਿਗੁਰ ਦੀ ਕਿਰਪਾ ਦੇ ਨਾਲ ਮੈਂ ਕਾਂਚੀ ਸਟੂਡੀਓ 'ਤੇ ਪਹੁੰਚ ਗਈ ਹਾਂ। ਤੁਸੀਂ ਵੀ ਵਾਹਿਗੁਰੂ ਦੇ ਆਸਰੇ ਦੇ ਨਾਲ ਆਪਣੇ ਘਰਾਂ ਵਿੱਚ ਠੀਕ ਹੋਵੋਗੇ। ਪਹਿਲਾਂ ਆਪਾਂ ਸਾਰਿਆਂ ਨੂੰ ਜੈ ਗੁਰਦੇਵ, ਜੈ ਭੀਮ, ਜੈ ਵਾਲਮੀਕ ਜੀ ਦੀ ਸਤਿ ਸ਼੍ਰੀ ਅਕਾਲ, ਆਦ ਨਮਸਤੇ ਅਤੇ ਗੁੱਡ ਆਫਟਰਨੂਨ ਕਹਿੰਦੇ ਹਾਂ ਜੀ। ਅੱਜ ਦਾ ਆਪਣਾ ਟੌਪਿਕ ਹੈ ਮਜ਼ਦੂਰਾਂ 'ਤੇ ਰੱਖਿਆ ਹੈ। ਤੁਹਾਨੂੰ ਪਤਾ ਹੀ ਹੈ ਕਿ ਅੱਗੇ ਵੀ ਬਹੁਤ ਸਾਰੇ ਪ੍ਰੈਜੈਂਟਰਾਂ ਨੇ ਮਜ਼ਦੂਰਾਂ 'ਤੇ ਟੌਪਿਕ ਕੀਤੇ ਹਨ, ਕਿਉਂਕਿ ਆਪਣਾ ਵੀ ਫਰਜ਼ ਬਣਦਾ ਹੈ ਕਿ ਮਜ਼ਦੂਰਾਂ 'ਤੇ ਟੌਪਿਕ ਕਰੀਏ। ਉਹਨਾਂ ਨੂੰ ਹਾਲੇ ਕੋਈ ਹੱਕ ਨਹੀਂ ਮਿਲੇ, ਇਸ ਕਰਕੇ ਮਜ਼ਦੂਰਾਂ 'ਤੇ ਹੀ ਟੌਪਿਕ ਚੱਲਣਾ ਹੈ। ਅਤੇ ਆ ਜਾਓ, ਤੁਸੀਂ ਆਪਣੇ ਵਿਚਾਰ, ਆਪਣੀ ਸਲਾਹ ਅਤੇ ਜੇ ਕੋਈ ਸੇਵਾ ਕਰਨੀ ਹੋਵੇ ਤਾਂ ਉਹ ਵੀ ਕਰ ਸਕਦੇ ਹੋ। ਜਿਹੜੇ ਮਜ਼ਦੂਰ ਧਰਨੇ ਲਾ ਕੇ ਬੈਠੇ ਹਨ, ਉਹਨਾਂ ਦੇ ਵਾਸਤੇ, ਉਹਨਾਂ ਦੇ ਘਰਾਂ ਦੇ ਵਾਸਤੇ, ਉਹਨਾਂ ਦੇ ਬੱਚਿਆਂ ਦੇ ਵਾਸਤੇ ਉਹਨਾਂ ਨੂੰ ਹੱਕ ਮਿਲ ਜਾਣ, ਕਿਉਂਕਿ ਹੱਕ ਤਾਂ ਬਹੁਤ ਔਖੇ ਮਿਲਦੇ ਹਨ। ਜੇ ਉਹ ਘਰ ਦੀਆਂ ਮਜਬੂਰੀਆਂ ਕਰਕੇ ਉਸੇ ਹੀ ਤਰ੍ਹਾਂ ਚਲੇ ਜਾਣ ਤਾਂ ਫਿਰ ਕੋਈ ਫਾਇਦਾ ਨਹੀਂ। ਅਤੇ ਇਹ ਆਪਣਾ ਵੀ ਸਾਰਿਆਂ ਦਾ ਥੋੜ੍ਹਾ ਥੋੜ੍ਹਾ ਫਰਜ਼ ਬਣਦਾ ਹੈ। ਪਰ ਤੁਸੀਂ ਬਹੁਤ ਦਾਨੀ ਹੋ, ਬਹੁਤ ਸੇਵਾ ਕੀਤੀ ਆ। ਹਰ ਟਾਈਮ ਤੁਸੀਂ ਜਦੋਂ ਵੀ ਕਿਹਾ ਉਦੋਂ ਸੇਵਾ ਕੀਤੀ ਹੈ। ਪਰ ਅੱਜ ਮੈਂ ਟੌਪਿਕ ਮਜ਼ਦੂਰਾਂ 'ਤੇ ਰੱਖਿਆ। ਤੁਸੀਂ ਆਪਣੇ ਵਿਚਾਰਾਂ ਦੇ ਨਾਲ ਹਿੱਸਾ ਲੈ ਸਕਦੇ ਹੋ ਅਤੇ ਆ ਕੇ ਸਾਡੇ ਨਾਲ ਕੋਲ ਕਰਕੇ ਟੈਲੀਫੋਨ ਰਾਹੀਂ ਸਾਡੇ ਨਾਲ ਸਾਂਝ ਪਾ ਸਕਦੇ ਹੋ। ਆ ਜਾਓ, ਚਲੇ ਆਓ। ਅਤੇ ਪਹਿਲਾਂ ਆਪਾਂ ਦੱਸਦੇ ਜਾਈਏ, ਸਾਡੇ ਯੂਰਪ ਦੀ ਰਾਣੀ ਮੰਡੇ ਸੋਮਵਾਰ ਵਾਲੇ ਦਿਨ ਉਹਨਾਂ ਦਾ ਫਿਊਨਰ ਸੀਗਾ। ਬਹੁਤ ਹੀ ਸੈਡ ਦਿਨ ਸੀਗਾ ਸਾਰਿਆਂ ਵਾਸਤੇ। ਉਹਨਾਂ ਦੇ ਪਰਿਵਾਰ ਵਾਸਤੇ ਤਾਂ ਬਹੁਤ ਹੀ ਔਖਾ ਟਾਈਮ ਸੀਗਾ, ਕਿਉਂਕਿ ਘਰ ਦਾ ਜੀਅ ਚਲੇ ਜਾਣਾ ਬਹੁਤ ਹੀ ਇੱਕ ਵੱਡਾ ਦੁੱਖ ਵਾਲੀ ਗੱਲ ਹੈ। ਅਤੇ ਸਾਰੀ ਯੂਰਪ ਦੀ ਰਾਣੀ ਸੀਗੀ ਅਤੇ ਸਾਰਿਆਂ ਨੂੰ ਬਹੁਤ ਉਸ ਦਿਨ ਸੈਡ ਦਿਨ ਸੀਗਾ। ਕੋਈ ਕੰਮ ਕਰਨੇ ਨੂੰ ਜੀਅ ਨਹੀਂ ਸੀ ਕਰਦਾ, ਟੈਲੀ ਮੂਹਰੇ ਬੈਠੇ ਰਹੇ, ਕੋਈ ਖਾਣਾ ਪੀਣਾ ਵੀ ਨਹੀਂ ਸੀ ਚੰਗਾ ਲੱਗਦਾ। ਅਤੇ ਅਸੀਂ ਉਹਨਾਂ ਦੇ ਪਰਿਵਾਰ ਅੱਗੇ ਬਹੁਤ ਬਹੁਤ ਕਾਂਚੀ ਟੀਵੀ ਦੀ ਟੀਮ ਵੱਲੋਂ ਅਫਸੋਸ ਕਰਦੇ ਹਾਂ। ਅਤੇ ਹੋਰ ਮਸ਼ਹੂਰ ਕਮੇਡੀਅਨ ਰਾਜੂ ਸ਼੍ਰੀਵਾਸਤਵ ਦਾ ਦੇਹਾਂਤ ਹੋ ਗਿਆ। ਉਹਨਾਂ ਦੀ ਵੀ ਉਮਰ 58 ਸਾਲ ਦੀ ਸੀ। ਸੁਣਨੇ ਵਿੱਚ ਆਇਆ ਹੈ ਕਿ 5 ਹਫ਼ਤੇ ਉਹ ਹਸਪਤਾਲ ਰਹੇ ਆ ਅਤੇ ਉਹ ਵੀ ਪੂਰੇ ਹੋ ਗਏ ਆ। 58 ਸਾਲ ਦੀ ਉਮਰ ਵਿੱਚ ਉਹ ਚਲੇ ਗਏ ਆ। ਅਤੇ ਬਹੁਤ ਹੀ ਉਹਨਾਂ ਦਾ ਵੀ ਦੁੱਖ ਲੱਗਾ, ਕਿਉਂਕਿ ਪਰਿਵਾਰ ਅੱਗੇ ਉਹਨਾਂ ਦੇ ਵੀ ਅਸੀਂ ਕਾਂਚੀ ਟੀਵੀ ਦੀ ਸਾਰੀ ਟੀਮ ਵੱਲੋਂ ਅਫਸੋਸ ਕਰਦੇ ਹਾਂ। ਅਤੇ ਉਹ ਦੁਨੀਆ ਦੇ ਦਿਲਾਂ 'ਤੇ ਰਾਜ ਕਰਦੇ ਸੀਗੇ, ਦੁਨੀਆ ਨੂੰ ਹਸਾਉਂਦੇ ਸੀਗੇ, ਕਿਉਂਕਿ ਅੱਜ ਕੱਲ੍ਹ ਦੇ ਸਮੇਂ ਵਿੱਚ ਇਹ ਹਾਸਾ ਤਾਂ ਕਿਤੇ ਗੁਆਚ ਗਿਆ, ਟੈਨਸ਼ਨਾਂ ਵੱਧ ਗਈਆਂ। ਅਤੇ ਇਸ ਕਰਕੇ ਉਹ ਬਹੁਤ ਹੀ ਫੇਮਸ ਸੀਗੇ, ਉਹ ਦਿਲ ਨੂੰ ਛੂਹਣ ਵਾਲੇ ਸੀਗੇ। ਅਤੇ ਇਸ ਕਰਕੇ ਅਸੀਂ ਇਹ ਦੋ ਜਿਹੜੇ ਦੁੱਖ ਵਾਲੇ ਮੈਸੇਜ ਦਿੱਤੇ ਹਨ। ਅਤੇ ਆ ਜਾਓ, ਤੁਸੀਂ ਕੋਲ ਕਰ ਸਕਦੇ ਹੋ। ਮਜ਼ਦੂਰਾਂ 'ਤੇ ਟੌਪਿਕ ਅੱਜ ਦਾ, ਅਤੇ ਜੋ ਵੀ ਤੁਹਾਡੇ ਦਿਲ ਵਿੱਚ ਵਿਚਾਰ ਹਨ, ਜੋ ਵੀ ਤੁਸੀਂ ਕਹਿਣਾ ਚਾਹੁੰਦੇ ਹੋ, ਸਾਡੇ ਨਾਲ ਆ ਕੇ ਸਾਂਝ ਪਾ ਸਕਦੇ ਹੋ। ਜਦੋਂ ਤੱਕ ਕੋਲ ਨਹੀਂ ਆਉਂਦੀ ਤਾਂ ਉਦੋਂ ਤੱਕ ਮੈਂ ਗੱਲਬਾਤ ਕਰਦੀ ਹਾਂ। ਮਜ਼ਦੂਰਾਂ ਨੂੰ ਧਰਨਿਆਂ 'ਤੇ ਬੈਠਿਆਂ ਨੂੰ 1.5 ਮਹੀਨੇ ਤੋਂ ज़्यादा टाइम हो गया।
क्योंकि देखो वो अपने काम कार छड्ड के वो अपने हक लैण लई बैठे हैं। साडियां मातावां, साडियां भैणां वीरां बजुर्गां दे नाल साथ देण नूं बैठियां हन। कई साडियां मातावां बहुत वड्डी उम्र दीयां हन, उन्हां दा धरने दे विच बਹਿਣਾ भी बड़ा मुश्किल आ, पर फिर भी वो अपने बच्चों वास्ते, अपने वास्ते वो हक लैण वास्ते नाल बरोबर साथ दिंदे हन। सरकार ने कोई उन्हां ते हक्कां दी गल नहीं कीती। सरकार तो मजदूरां ने बहुत आसां रखियां सीगियां, पर कोई भी पूरी आस नहीं होई। वोटां लैण दे समय वड्डे वड्डे वादे करदे हन, पर फिर क्यों मुकर जांदे हन, क्यों याद भुल जांदी है। ये जदों वोटां लैण दे समय रैलियां करदे आ, बहुत ही वड्डे वड्डे वादे करदे आ। ये झूठे वादे करने का की फायदा? कोई फ़ायदा नहीं गा, क्योंकि झूठ हमेशा झूठ ही रहिंदा है। झूठे वादे करने नहीं चाहिए। मजदूरां दी हर वेले लोड़ हुंदी है। जिन्हां ने अज वोटां दित्तियां हां, जिन्हां नूं जाके ये रैलियां लाउण दे समय घरां दे विच जा के टाइम अपने कढ के, उदों तां उन्हां कोल बहुत टाइम हुंदा सीगा कि 2-2 3-3 गेड़े भी उन्हां दे घरां विच लग जांदे सी। ते हुण वो सड़कां ते बैठे आ, हुण उन्हां लई किसी को टाइम नहीं गा। कोई दुख तकलीफ दा उन्हां दा कोई महसूस नहीं कर रहा। गरीबां दे घरां दा भी बनाने का वादा किया सीगा कि गरीबां नूं घर बना के देवांगे, जिन्हां को घर है नहीं, जिहड़े झुग्गियां दे विच रहिंदे ने। ते उन्हां नूं जमीन देने का भी वादा किया सी, वो भी वादा पूरा नहीं होया। कर्जा माफ़ करने की गल कीती सीगी, फिर कर्जा भी माफ़ करांगे, वो भी कोई वादा पूरा नहीं होया। पूरी पेंशन मिलने का भी वादा किया सी। मास्टर दी तनखाहां दा भी वादा किया सी, ते डॉक्टरां दी भी तनख्वाह का वादा किया सी। कोई भी वादे बच्चों दे, स्टूडेंट दे जिहड़े वो भी वादे कीते सीगे, वो भी कोई वादा पूरा नहीं होया। क्योंकि गौरमेंट का फर्ज बनता है कि दुनिया नूं दुखी नहीं करना चाहिए। जो सरकार बनी है इस दुनिया दे नाल ही बनी है, जिहड़े अज सड़कां ते धरने ला के बहिंदे आ, धुप्प छां नहीं देखदे, उन्हां दी गल सुननी चाहिदी आ। ये सारे वादियां विचों कोई वादा पूरा नहीं होया। तनख्वाहां उत्थे दी उत्थे ही हन, ते महंगाई बहुत वध गई है। मजदूर अपने बच्चे गरीबी विच किस तरह पढ़ाउण लिखाउण, क्योंकि जिस तरह तुसी हुण देखदे ही हो, धाने ला के बैठे हन, ते जिन्हां ने उहो ही कमाउणा, उहो ही लियाउणा, उहो ही खाना, तां उन्हां लई बड़ा मुश्किल है। उन्हां नूं तां पूरी दिहाड़ी भी नहीं मिलदी। जे पूरी दिहाड़ी भी मिलदी होवे तां वो फिर भी घर दा औखा सौखा गुजारा करदे हन। ते इस दे नाल ही असीं दसते जाइए कि साडे
ਆਂਟੀ ਜੀ ਚਮਨ ਕੌਰ ਅਤੇ ਅੰਕਲ ਜੀ ਸੋਹਣ ਲਾਲ, ਉਹਨਾਂ ਨੇ 25 ਪਾਉਂਡ ਕਾਂਛੀ ਟੀਵੀ ਵਾਸਤੇ ਭੇਜੇ ਹਨ ਤੇ 25 ਪਾਉਂਡ ਮਜ਼ਦੂਰਾਂ ਵਾਸਤੇ ਭੇਜੇ ਹਨ, ਇੰਡੀਆ ਵਾਸਤੇ। ਤੇ ਇਹ ਸੇਵਾ ਉਹਨਾਂ ਨੇ ਭੇਜੀ ਹੈ 25 ਪਾਉਂਡ ਕਾਂਛੀ ਟੀਵੀ ਵਾਸਤੇ ਤੇ 25 ਪਾਉਂਡ ਮਜ਼ਦੂਰਾਂ ਵਾਸਤੇ ਭੇਜੇ ਹਨ। ਤੇ ਦੂਜੀ ਸੇਵਾ ਹੈ ਹਰਮੇਸ਼ਲਾ ਰਤੂ ਜੀ, ਹਰਮਿੰਦਰ ਕੌਰ ਰਤੂ ਜੀ, ਉਹਨਾਂ ਨੇ 50 ਪਾਉਂਡ ਭੇਜੇ ਹਨ ਮਜ਼ਦੂਰਾਂ ਵਾਸਤੇ, ਕਿਉਂਕਿ ਥੋੜ੍ਹੀ ਥੋੜ੍ਹੀ ਵੀ ਉਹਨਾਂ ਨੂੰ ਸੇਵਾ ਜਾਂਦੀ ਰਵੇ ਤਾਂ ਉਹ ਆਪਣੇ ਹੱਕ ਲੈਣ ਲਈ ਉੱਥੇ ਮਜਬੂਰ ਨਾ ਹੋਣ। ਉਹਨਾਂ ਨੂੰ ਸਾਨੂੰ ਪਤਾ ਹੀ ਹੈ ਕਿ ਉਹਨਾਂ ਨੂੰ ਖਾਣੇ ਦੀ ਵੀ ਲੋੜ ਹੈ, ਉੱਥੇ ਬੈਠਿਆਂ ਨੂੰ ਪਾਣੀ ਦੀ ਵੀ ਲੋੜ ਹੈ। ਤੇ ਜੇ ਉਹ ਧੁੱਪੇ ਥਿਆਏ ਬੈਠੇ, ਉਹ ਬਿਮਾਰ ਵੀ ਹੋ ਸਕਦੇ ਹਨ। ਇਸ ਕਰਕੇ ਆਪਣਾ ਸਾਰਿਆਂ ਦਾ ਹੀ ਫਰਜ਼ ਬਣਦਾ ਹੈ। ਤੁਸੀਂ ਕੋਲ ਕਰ ਸਕਦੇ ਹੋ, ਜ਼ਰੂਰੀ ਨਹੀਂ ਕਿ ਤੁਸੀਂ ਇਹ ਸੇਵਾ ਜੇ ਨਹੀਂ ਵੀ ਦੇਣੀ ਤਾਂ ਕੋਲ ਤਾਂ ਕਰ ਸਕਦੇ ਹੋ ਨਾ। ਕੋਲ ਤੋਂ ਕਿਉਂ ਡਰਦੇ ਹੋ? ਕੋਲ ਕਰਕੇ ਆਪਣੇ ਸੁਝਾਅ ਦੱਸ ਸਕਦੇ ਹੋ, ਕੋਲ ਕਰਕੇ ਆਪਣੀ ਸਲਾਹ ਦੱਸ ਸਕਦੇ ਹੋ। ਤੇ ਇਸ ਕਰਕੇ ਕੋਲ ਕਰਨਾ ਤਾਂ ਤੁਹਾਡਾ ਫਰਜ਼ ਬਣਦਾ ਹੈ। ਮਜ਼ਦੂਰ ਦਿਹਾੜੀ ਤੇ ਹੱਕਾਂ ਲਈ ਸੰਘਰਸ਼ ਦੀ ਲੜਾਈ ਲੜ ਰਿਹਾ ਹੈ। ਜਦੋਂ ਤਾਂ ਮਜ਼ਦੂਰਾਂ ਕੋਲ ਵੋਟਾਂ ਲੈਣੀਆਂ ਹੁੰਦੀਆਂ ਹਨ, ਮਜ਼ਦੂਰ ਦੀ ਮਜ਼ਦੂਰੀ ਉਸ ਦੇ ਪਸੀਨੇ ਸੁੱਕਣ ਤੋਂ ਪਹਿਲਾਂ ਹੀ ਪੂਰਾ ਹੱਕ ਦਿੱਤਾ ਜਾਵੇਗਾ। ਪਹਿਲਾਂ ਤਾਂ ਕਹਿੰਦੇ ਆ ਕਿ ਹਾਂਜੀ ਪੂਰਾ ਹੱਕ ਦਿੱਤਾ ਜਾਵੇਗਾ, ਉਸ ਦੀ ਗਰਮੀ, ਸਰੀਰ ਦੀ ਗਰਮੀ ਸੁੱਕਣ ਤੋਂ ਪਹਿਲਾਂ ਹੀ, ਉਸ ਦਾ ਪਸੀਨਾ ਸੁੱਕਣ ਤੋਂ ਪਹਿਲਾਂ ਹੀ ਅਸੀਂ ਪੂਰੇ ਹੱਕ ਦੇਵਾਂਗੇ। ਫਿਰ ਪਸੀਨਾ ਤਾਂ ਕੀ ਸੁੱਕਦਾ, ਤਾਂ ਉਹ ਤਾਂ ਬੰਦਾ ਹੀ ਸੁੱਕ ਜਾਂਦਾ ਆ ਤੇ ਉਹਦੀ ਗੱਲ ਹੀ ਨਹੀਂ ਸੁਣੀ ਜਾਂਦੀ। ਇਸ ਕਰਕੇ ਉਹ ਜ਼ਿਆਦਾ ਔਖੇ ਹੋ ਕੇ, ਉਹਨਾਂ ਨੇ ਇਸ ਕਰਕੇ ਤਾਂ ਹੀ ਉਹ ਧਰਨਿਆਂ 'ਤੇ ਮਜਬੂਰ ਹੋ ਕੇ ਆ ਕੇ ਬੈਠੇ ਹਨ। ਉਹਨਾਂ ਨੂੰ ਕੋਈ ਹੱਕ ਨਹੀਂ ਮਿਲਿਆ, ਕੋਈ ਉਹਨਾਂ ਦੀ ਸੁਣਾਈ ਨਹੀਂ ਹੋਈ ਕਿਸੇ ਪਾਸੇ ਵੀ, ਉਹਨਾਂ ਦੀ ਕਿਸੇ ਨੇ ਗੱਲ ਨਹੀਂ ਸੁਣੀ। ਫਿਰ ਮਜ਼ਦੂਰਾਂ ਦੀ ਗੱਲ ਵੀ ਸੁਣਨੇ ਲਈ ਟਾਈਮ ਨਹੀਂ ਹੁੰਦਾ ਸਰਕਾਰ ਦੇ ਕੋਲ। ਮਜ਼ਦੂਰ ਦੀ ਅਣਥੱਕ ਮਿਹਨਤ ਦੇ ਬਾਵਜੂਦ ਉਹਨਾਂ ਨੂੰ ਸੜਕਾਂ 'ਤੇ ਆਉਣਾ ਪਿਆ। ਇਹਨਾਂ ਦੇ ਘਰਾਂ ਦੇ ਚੁੱਲ੍ਹੇ ਠੰਡੇ ਪੈ ਗਏ ਹਨ, ਕਿਉਂਕਿ ਮਜ਼ਦੂਰ ਆਪ ਤਾਂ ਧਰਨਿਆਂ 'ਤੇ ਬੈਠੇ ਹਨ, ਕਮਾਈ ਘਰਾਂ ਵਿੱਚ ਨਹੀਂ ਆਉਂਦੀ। ਇਸ ਕਾਰਨ ਗਰੀਬੀ ਜ਼ਿਆਦਾ ਹੋ ਗਈ ਹੈ। ਇਹਨਾਂ ਵਾਸਤੇ ਬਹੁਤ ਮੁਸ਼ਕਲ ਆ। ਗੌਰਮੈਂਟ ਨੂੰ ਵੀ ਸੋਚਣਾ ਚਾਹੀਦਾ ਹੈ ਕਿ ਉਹਨਾਂ ਦੀ ਗੱਲ ਸੁਣਨ। ਅੱਜ ਇਹਨਾਂ ਦੀ ਬਦੌਲਤ ਦੇ ਨਾਲ ਹੀ ਗੌਰਮੈਂਟ ਬਣੀ ਹੈ। ਅੱਜ ਇਹ ਲੋਕ ਕਿਉਂ ਨਹੀਂ ਦਿਸਦੇ? ਤੁਸੀਂ ਵੀ ਆਪਣੇ ਵਿਚਾਰ ਆ ਕੇ ਦੇ ਸਕਦੇ ਹੋ, ਤੁਸੀਂ ਵੀ ਆ ਕੇ ਆਪਣੀ ਸਲਾਹ ਦੱਸ ਸਕਦੇ ਹੋ, ਤੁਸੀਂ ਵੀ ਕੋਈ ਨਾ ਕੋਈ ਕਵਿਤਾ, ਕੋਈ ਨਾ ਕੋਈ ਗੱਲਬਾਤ ਕਰ ਸਕਦੇ ਹੋ, ਆ ਕੇ ਕੋਲ ਕਰ ਸਕਦੇ ਹੋ। ਜਦੋਂ ਕੋਈ ਦਿਹਾੜੀ ਮਜ਼ਦੂਰ ਨੂੰ ਸਹੀ ਰੇਟ 'ਤੇ ਨਹੀਂ ਮਿਲਦੀ ਤਾਂ ਉਹਨਾਂ ਦੇ ਪਰਿਵਾਰ ਵਾਸਤੇ ਬਹੁਤ ਔਖਾ ਹੈ। ਕਈ ਵਾਰੀ ਪੇਟ ਭੁੱਖਾ ਵੀ ਰੱਖਣਾ ਪੈਂਦਾ ਹੈ। ਦਰਅਸਲ ਉਸ ਦੁੱਖ ਵਿੱਚ, ਉਸ ਦੁੱਖ ਅਤੇ ਦਰਦ ਨੂੰ ਉਹੀ ਮਹਿਸੂਸ ਕਰ ਸਕਦਾ ਹੈ ਜੋ ਇਸ ਪੀੜਾ 'ਚੋਂ ਲੰਘਿਆ ਹੋਵੇ। ਜੈਨ ਕਦੀ ਇਹ ਦੁੱਖ ਹੀ ਨਹੀਂ ਦੇਖਿਆ ਆ। ਮਹਿਲਾਂ ਦੇ ਵਿੱਚ ਰਹਿਣਾ, ਚੰਗਾ ਖਾਣਾ ਪੀਣਾ, ਅਮੀਰ ਲੋਕ, ਗਰੀਬੀ ਕਦੀ ਦੇਖੀ ਨਹੀਂ, ਉਹਨਾਂ ਨੂੰ ਇਹ ਕਦੀ ਮਹਿਸੂਸ ਹੀ ਨਹੀਂ ਹੋ ਸਕਦਾ।
ਇਹ ਤਾਂ ਜਿਹੜੇ ਗਰੀਬ ਦਿਹਾੜੀ ਕਰਨ ਵਾਲੇ ਉਹਨਾਂ ਨੂੰ ਪੁੱਛ ਕੇ ਦੇਖੋ, ਜਿਨ੍ਹਾਂ ਨੂੰ ਆਪਣੇ ਬੱਚਿਆਂ ਦੇ ਘਰ ਦਾ ਖਾਣੇ ਦਾ ਵੀ ਫਿਕਰ, ਸੌਰੀ, ਘਰ ਦੇ ਚੁੱਲ੍ਹੇ ਦਾ ਵੀ ਫਿਕਰ, ਬੱਚਿਆਂ ਦੀ ਪੜ੍ਹਾਈ ਦਾ ਵੀ ਫਿਕਰ, ਉਹਨਾਂ ਦੇ ਕੱਪੜੇ ਲੀੜੇ ਦਾ ਵੀ ਫਿਕਰ। ਤੇ ਇਸ ਕਰਕੇ ਉਹਨਾਂ ਦੇ ਬਹੁਤ ਔਖਾ ਆ। ਮਜ਼ਦੂਰ ਸਖਤ ਮਿਹਨਤ ਦੇ ਬਾਵਜੂਦ ਵੀ ਜਦੋਂ ਇੱਕ ਮਜ਼ਦੂਰ ਆਪਣੇ ਬੱਚੇ ਦੀ ਦਿਲੀ ਅਰਮਾਨ ਪੂਰੇ ਕਰਨੇ ਜੋਗਾ ਵੀ ਪੈਸੇ ਕੋਲ ਨਹੀਂ ਹੁੰਦੇ ਤਾਂ ਉਸ ਦੇ ਦਿਲ ਨੂੰ ਪੁੱਛ ਕੇ ਦੇਖੋ। ਆਪਾਂ ਇੱਥੇ ਆ ਦੇਖੋ, ਭਾਵੇਂ ਕੰਮ ਕਰਕੇ ਸਾਰਾ ਕੁਝ ਕਰਦੇ ਆ, ਪਰ ਇੱਥੇ ਕੰਮ ਮਿਲਦੇ ਆ। ਕੰਮ ਕਰਨੇ ਵਾਲਾ ਕੋਈ ਇੱਥੇ ਭੁੱਖਾ ਨਹੀਂ ਰਹਿ ਸਕਦਾ। ਹੈਲੋ ਜੀ। ਹੈਲੋ ਭਾਬੀ, ਕਿੱਦਾਂ? ਠੀਕ ਠਾਕ? ਹਾਂਜੀ, ਜੈ ਗੁਰਦੇਵ ਭੈਣ ਜੀ, ਕਿੱਦਾਂ? ਕੀ ਜੈ ਗੁਰਦੇਵ। ਹਾਂ, ਕਿੱਦਾਂ ਤੁਸੀਂ? ਠੀਕ ਹੋ? ਹਾਂ ਬਸ ਠੀਕ ਠਾਕ ਹੈ। ਕਿੰਨਾ ਚਿਰ ਹੋਇਆ ਗੱਲਬਾਤ ਨਹੀਂ ਆਪਣੀ ਹੋਈ। ਹਾਂਜੀ ਹਾਂਜੀ। ਹੋਰ ਕਿੱਦਾਂ, ਪਰਿਵਾਰ ਠੀਕ ਹੈ ਸਾਰਾ? ਹਾਂਜੀ, ਸਾਰੇ ਠੀਕ ਆ। ਹਾਂਜੀ, ਅੱਜ ਮੇਰਾ ਬੇ ਲੱਗਾ, ਅੱਜ ਬੇਬੀ ਸੌ ਗਏ, ਮੈਂ ਕਿਹਾ ਗੱਲ ਕਰਦੀ ਭਾਬੀ ਨਾਲ। ਨਹੀਂ ਚਲੋ ਵਧੀਆ ਹੋਇਆ, ਵਧੀਆ ਹੋਇਆ। ਤੇ ਹੋਰ ਭਾਜੀ ਕਿੱਦਾਂ, ਠੀਕ ਹੈ? ਹਾਂਜੀ, ਉਹ ਵੀ ਠੀਕ ਆ। ਤੇ ਅੱਜ ਕੀ ਕਹਿਣਾ ਚਾਹੁੰਦੇ ਆ ਆਪਣੇ ਮਜ਼ਦੂਰਾਂ ਦੇ ਹੱਕਾਂ ਵਾਸਤੇ? ਕੀ ਕਹਿਣਾ ਹੈ, ਇੰਡੀਆ ਦਾ ਕੋਈ ਹੈ ਹੀ ਨਹੀਂ ਸਿਸਟਮ ਚੰਗਾ, ਤੁਹਾਨੂੰ ਪਤਾ ਹੀ ਹੈ, ਤੁਸੀਂ ਵੀ ਉੱਥੇ ਹੀ ਆਏ ਆ। ਹਨਾ, ਕੋਈ ਜਾਣਦਾ ਗਰੀਬਾਂ ਨੂੰ? ਨਹੀਂ। ਜੇ ਦਿਹਾੜੀ ਵੀ ਕਰਦੇ ਵਿਚਾਰੇ ਪਿੱਛੇ ਪਿੱਛੇ ਘੁੰਮਦੇ ਰਹਿੰਦੇ, ਪੈਸਿਆਂ ਨੂੰ ਉਹ ਨਹੀਂ ਮਿਲਦੇ। ਹਨਾ ਜੀ। ਤਾਂ ਕਿੰਨਾ ਕੁਛ ਉੱਥੇ ਕੋਈ ਸਿਸਟਮ ਹੋਵੇ ਤਾਂ ਏਦਾਂ ਕੀ ਹੋਵੇ ਜੀ। ਅੱਗੇ ਹਾਂ, ਤੁਹਾਨੂੰ ਪਤਾ ਹੀ ਆ, ਕਿਸਾਨ ਕਿੰਨੇ ਚਿਰ ਬੈਠੇ ਜਾਪਦੇ ਰਹੇ, ਕਿੰਨੀਆਂ ਮੌਤਾਂ ਹੋਈਆਂ, ਕੋਈ ਜਾਣਦਾ? ਫੇਰ ਵੀ ਉਹਨੇ ਆਪਣਾ ਮੋਰਚਾ ਜਿੱਤਿਆ ਹੀ ਆ। ਹੁਣ ਗਰੀਬਾਂ ਦੀ ਵੀ ਸੁਣ ਲੈਣ। ਉਹੀ ਗੱਲ ਆ ਨਾ, ਵੀ ਦੇਖੋ ਇਹ ਵੀ ਉਸੇ ਤਰ੍ਹਾਂ ਹੈਗੇ ਆ, ਵੀ ਇਹਨਾਂ ਨੂੰ ਵੀ ਹੱਕ ਦਿੱਤੇ ਜਾਣ ਤਾਂ ਇਹ ਵੀ ਆਪਣੇ ਘਰਾਂ 'ਚ, ਇਹ ਕਿਹੜੇ ਉੱਦਾਂ ਮੰਗਦੇ ਆ, ਇਹ ਵੀ ਕਮਾਈ ਆਪਣੀ ਕਰਨੀ ਚਾਹੁੰਦੀ ਆ, ਵੀ ਇਹਨਾਂ ਨੂੰ ਮਿਹਨਤ ਮਿਲੇ। ਹਾਂਜੀ, ਪੂਰੀ ਮਿਹਨਤ ਮਿਲੇ ਇਹਨਾਂ ਨੂੰ। ਹਨਾ, ਪੂਰੀ ਮਿਹਨਤ ਮਿਲੇ, ਵਿਚਾਰੇ ਦਿਹਾੜੀ ਉਹੀ ਖਾਣਾ ਉਹੀ ਕਮਾਣਾ ਜੀ। ਤਾਂ ਹੁਣ ਇਹ ਜਿਹੜਾ ਮੁੱਖ ਮੰਤਰੀ ਬਣਿਆ, ਹੁਣ ਇਹਨੂੰ ਪਤਾ ਨਹੀਂ ਲੱਗਦਾ ਹੈਗਾ ਵੀ ਵਾਅਦੇ ਤਾਂ ਇੰਨੇ ਕੀਤੇ, ਆਹ ਦੇਵਾਂਗੇ, ਵਿਚਾਰੀਆਂ ਨੂੰ ਜਿਹਨਾਂ ਨੂੰ ਪੈਨਸ਼ਨਾਂ ਲੱਗੀਆਂ ਉਹ ਵੀ ਨਹੀਂ ਪੂਰੀਆਂ ਮਿਲਦੀਆਂ। ਉਹੀ ਤਾਂ ਗੱਲ ਆ, ਇਹੀ ਤਾਂ ਗੱਲ ਆ ਵੀ ਹੁਣ ਇੱਥੇ ਪੈਨਸ਼ਨ ਮਿਲਦੀ ਆ ਤੇ ਆਪਣੇ ਜਿਹੜੇ ਸਿਆਣੇ ਬਜ਼ੁਰਗ ਆ ਉਹ ਚੱਕ ਕੇ ਆਪਣਾ ਬੜਾ ਸੋਹਣਾ ਜ਼ਿੰਦਗੀ ਜੀਂਦੇ ਆ। ਹਾਂਜੀ, ਹੁਣ ਮਿਲਦੀ, ਸਾਨੂੰ ਸਾਰਿਆਂ ਨੂੰ ਮਿਲਦੀ ਆ, ਗੁਜ਼ਾਰਾ ਹੋ ਹੀ ਜਾਂਦਾ, ਕਿਸੇ ਦੇ ਹੱਥਾਂ ਵੱਲੋਂ ਥੋੜ੍ਹਾ ਕੋਈ ਦੇਖਦਾ। ਹਾਂਜੀ ਹਾਂਜੀ, ਉਹੀ ਤਾਂ ਗੱਲ ਆ। ਹੁਣ ਉੱਥੇ ਵੀ ਜੇ ਪੈਨਸ਼ਨ ਟਾਈਮ ਨਾਲ ਮਿਲਦੀ ਹੋਵੇ, ਪੂਰੀ ਮਿਲਦੀ ਹੋਵੇ, ਤਾਂ ਕਿਉਂ ਇੰਨੀ ਤੰਗੀ ਹੋਵੇ ਜੀ? ਉੱਥੇ ਜੇ ਪੈਨਸ਼ਨ ਲੱਗੀ ਆ ਉਹ ਵੀ ਅੱਧ ਪ੍ਰਤੀ ਕਿੰਨੇ ਮਹੀਨੇ ਕਈਆਂ ਨੂੰ ਵਿਚਾਰਿਆਂ ਨੂੰ ਮਿਲਦੀ ਹੀ ਨਹੀਂ, ਰੁਕੀ ਹੁੰਦੀ ਅੱਗੇ ਬਾਦਲ ਦੇ ਟਾਈਮ 'ਚ ਜੀ। ਹਨਾ, ਤਾਂ ਕੁਛ ਨਹੀਂ ਹਾਲ ਇੰਡੀਆ ਦਾ, ਜਿੰਨਾ ਮਰਜ਼ੀ ਕਰ ਲਓ। ਜੇ ਹੁਣ ਸੁਣ ਲੈਣ ਵਿਚਾਰਿਆਂ ਗਰੀਬਾਂ ਦੀ, ਫੇਰ ਤਾਂ ਬਹੁਤ ਚੰਗੀ ਗੱਲ ਹੈ। ਸੁਣ ਲੈ ਵੇ ਹੁਣ ਤਾਂ ਕਿਤੇ, ਇਹ ਤਾਂ ਜਰਮਨ ਚ ਗਿਆ ਘੁੰਮ ਕੇ ਮੁੱਖ ਮੰਤਰੀ ਤਾਂ ਜੀ। ਉਹੀ ਤਾਂ ਗੱਲ ਆ ਵੀ ਦੇਖੋ ਉਦੋਂ ਕਿੱਦਾਂ ਤਾਲੇ ਕਰਦੇ ਸੀਗੇ ਵੀ ਅਸੀਂ, ਬਾਕੀ ਜਿਹੜੀਆਂ ਸਰਕਾਰਾਂ ਸੀ ਉਹਨੇ ਕੁਛ ਨਹੀਂ ਕੀਤਾ, ਅਸੀਂ ਸਾਰਾ ਕੁਛ ਗਰੀਬਾਂ ਦਾ ਕਰਾਂਗੇ, ਸੁਣਾਂਗੇ। ਇਹ ਤਾਂ ਉਹ ਪਿੱਛੇ ਨਾਲੋਂ ਵੀ ਜਿੱਦਾਂ ਕਹਿੰਦੇ ਨਹੀਂ ਹੁੰਦੇ, ਕੰਮ ਖਰਾਬ ਹੋ ਗਿਆ। ਪਤਾ ਕੀ ਗੱਲ ਹੈ, ਇਹਨਾਂ ਨੂੰ ਜਿੱਦਾਂ ਹੈ ਨਾ, ਸਾਰਿਆਂ ਨੂੰ ਜੇ ਗਵਰਨਮੈਂਟ ਇੰਡੀਆ ਦੀ ਚੰਗੀ ਹੋਵੇ, ਸਾਰਿਆਂ ਨੂੰ ਇੱਥੇ ਮੰਗੋ, ਬਾਹਰਲੇ ਮੁਲਕਾਂ ਤੋਂ ਸਿੱਖ ਲੈਣ ਸਾਰਾ ਕੁਛ। ਹੈ ਨਾ, ਮਾੜਾ ਮੋਟਾ ਜੇ ਕਰਨ, ਸਾਰਿਆਂ ਨੂੰ ਸਾਫ਼ ਤਾਂ ਹੋਵੇ, ਗਰੀਬਾਂ ਨੂੰ ਮਿਲੇ। ਇਹ ਵਿਚਾਰੇ ਦਿਹਾੜੀ ਕਰਦੇ, ਉਹ ਵੀ ਨਾ ਇਹਨਾਂ ਨੂੰ ਮਿਲਦੀ ਪੂਰੀ। ਤਾਂ ਹੀ ਆ ਸਾਡੇ, ਅਸੀਂ ਪਹਿਲਾਂ ਤੋਂ ਰੱਬ ਨੇ ਪਿੱਛੇ ਰੱਖੇ ਹੋਵੇ, ਤਰੱਕੀਆਂ ਕਰਕੇ, ਕਿਸੇ ਦੇ ਕਿਤੇ ਮਹਿਲ ਚ ਬਾਰੇ ਬਣੇ ਹੋਵੇ, ਕਿਸੇ ਦੀਆਂ ਜ਼ਮੀਨਾਂ ਬਣੀਆਂ, ਕਿਸੇ ਦਾ ਵਿਚਾਰੇ ਦਾ ਕੋਠਾ ਵੀ ਨਹੀਂ ਹੈਗਾ। ਪਰ ਭੈਣ ਜੀ, ਉਹਨਾਂ ਨੇ ਹੁਣ ਵਿਚਾਰਿਆਂ ਨੇ ਨਿਆਣੇ ਔਖੇ ਹੋ ਕੇ ਕਰਜ਼ੇ ਚੱਕ ਕੇ ਬੱਚੇ ਪੜ੍ਹਾਈ ਲਿਖਾਏ ਆ। ਹਾਂਜੀ, ਪਰ ਹੁਣ ਕਰ ਕੀ ਸਕਦੇ ਆ ਜਦ ਉਹਨਾਂ ਨੂੰ ਨੌਕਰੀਆਂ ਨਹੀਂ ਮਿਲਦੀਆਂ? ਔਖਾ ਹੀ ਆ ਜੀ, ਔਖਾ ਹੀ ਆ ਬਹੁਤ ਇੰਡੀਆ 'ਚ। ਜੇ ਇੰਡੀਆ ਚੰਗਾ ਹੋਵੇ ਤਾਂ ਆਲੇ ਦੁਆਲੇ ਨੂੰ ਕੀ ਕੋਈ ਨੱਠੇ।
ਤਾਲੇ ਕੀ ਮਾਰੇ ਹੈ ਨਾ। ਹਾਂ ਬੱਚੇ ਤਾਈਓ ਬਾਹਰ ਨੱਠਦੇ ਆ, ਤਾਂ ਹੀ ਨੱਠਦੇ ਇੰਨੇ ਪੈਸੇ ਲਾਉਂਦੇ, ਚੱਕ ਕੇ ਕਰਜ਼ੇ ਚੱਕ ਕੇ ਤਾਂ ਕਿ ਜੀ ਮਾਪੇ ਭੇਜਦੇ ਆ ਜੀ। ਕੱਲੇ ਕੱਲੇ ਨੀ ਕਿਹਦਾ ਜੀ ਕਰਦਾ ਆਪਣਾ ਬੱਚਾ ਅੱਖਾਂ ਤੇ ਪਰੇ ਕੁੜੀ ਮੁੰਡਾ ਛੱਡਣਾ ਹੈ ਨਾ। ਸਹੀ ਗੱਲ ਆ ਹੈ ਨਾ, ਗਰੀਬੀ ਦੇ ਦੁੱਖ ਤੇ ਹੀ ਆ। ਜੇ ਇੰਡੀਆ ਹੀ ਹੋਵੇ ਚੱਜ ਦਾ ਤਾਂ ਕੀ ਕੋਈ ਨੱਠੇ ਹੈ ਨਾ। ਹਾਂਜੀ ਉਹੋ ਹੀ ਕਰਕੇ ਤਾਂ ਉਹ ਕਰਜ਼ਾ ਚੱਕ ਕੇ ਵੀ ਤਾਂ ਬਾਹਰ ਨੂੰ ਭੇਜਣ ਨੂੰ ਤਿਆਰ ਆ। ਹੋਰ ਮਹਾਰਾਜ ਕਿਤੇ ਹੁਣ ਇਹਨਾਂ ਦੀ ਸੁਣ ਲਵੇ, ਗਰੀਬਾਂ ਦੀ ਅਸੀਂ ਹੱਥ ਜੋੜਦੇ ਆ। ਹੁਣ ਇਹਨਾਂ ਦੀ ਕਿਤੇ ਸਰਕਾਰ ਸੁਣੇ ਚੰਗੀ ਤਰ੍ਹਾਂ ਜੀ, ਇਹਨਾਂ ਦਾ ਇਨਸਾਫ ਕਰੇ। ਵਿਚਾਰੇ ਬੈਠੇ ਗਰੀਬ ਗੁਰਬੀ ਜੀ ਹੈ ਨਾ। ਹੋਰ ਕਿੱਦਾਂ ਸਾਨੂੰ ਤਾਂ ਜਿੱਦਾਂ ਰਾਣੀ ਦਾ ਵੀ ਬੜਾ ਮਹਿਸੂਸ ਹੋਇਆ, ਸਰਦਾ ਦੇ ਫੁੱਲ ਭੇਟ ਕਰਦੇ ਆ ਜੀ। ਮੇਰੀ ਇਹ ਜਿੱਦਾਂ ਕਹਿੰਦੇ ਹੁੰਦੇ, ਇਹ ਵੀ ਸਾਡੀ ਸਾਰਿਆਂ ਦੀ ਮਾਂ ਹੀ ਸੀਗੀ। ਅਸੀਂ ਇਹਦੇ ਜਿੱਦਾਂ ਰਾਜ ਦੇ ਵਿੱਚ ਕਿੱਦਾਂ ਇੱਥੇ ਸੁਖੀ ਵਸਦੇ ਸੀ। ਸਹੀ ਗੱਲ ਹੈ, 70 ਸਾਲ ਰਾਜ ਕੀਤਾ। ਕਿਸੇ ਗੱਲ ਦੀ ਕਿਸੇ ਕਮਿਊਨਿਟੀ ਨੂੰ ਨਹੀਂ ਉਹਨੇ ਮਾੜਾ ਕਿਹਾ ਵੀ ਆਹ ਮਾੜੀ ਹੈ ਜਾਂ ਮਾੜੀ, ਆਪਣੇ ਧਿਆਨ 'ਚ ਰਹੀ ਹੈ ਨਾ। ਬਹੁਤ ਲੰਬਾ ਸਫ਼ਰ ਉਹਨਾਂ ਨੇ ਜਿੱਦਾਂ ਕੱਟਿਆ ਤੇ ਜਿੱਦਾਂ ਕਹਿੰਦੇ ਹੁੰਦੇ ਸਵਰਗ 'ਚ ਕਹਿੰਦੇ ਬਾਦਸ਼ਾਹ ਹੋਣ ਜੀ, ਮਹਾਰਾਜ ਉਹਨੂੰ ਚੰਗੇ ਥਾਂ ਹਜੇ ਵੀ ਉਹਨੂੰ ਰਾਣੀ ਬਣਾ ਕੇ ਚੰਗੇ ਥਾਂ ਰੱਖੇ। ਹੁਣ ਸਾਨੂੰ ਗਰੀਬਾਂ ਨੂੰ ਕਿੱਥੇ ਗੱਲ ਨਾਲ ਲਾਇਆ। ਸਹੀ ਗੱਲ ਆ। ਤੁਹਾਡਾ ਭਾਜੀ ਪਤਾ ਬੋਚਰ ਤੇ ਆਇਆ ਸੀਗਾ, ਇਹ ਜਦੋਂ ਇਹਨਾਂ ਨੇ ਸੱਦੇ ਸੀਗੇ ਬੋਚਰ ਤੇ ਆਏ, ਇਹਦੇ ਸੱਦੇ ਇਹਦੇ ਸਾਈਨ ਬੋਚਰ ਤੇ ਹੋਏ ਸੀ, ਇਹਦੇ ਬਸੇ ਆ ਅਸੀਂ ਇੱਥੇ। ਉਹੀ ਗੱਲ ਆ ਵੀ ਜਦੋਂ ਸਰਕਾਰ ਕੋਈ ਦੁਨੀਆ ਲਈ ਪਬਲਿਕ ਲਈ ਕੋਈ ਕਾਨੂੰਨ ਕੱਢਦੀ ਆ, ਉਹ ਕਾਨੂੰਨ ਦਾ ਫਿਰ ਦੁਨੀਆ ਨੂੰ ਫਾਇਦਾ ਹੁੰਦਾ ਆ। ਦੁਨੀਆ ਬਹੁਤ ਸਾਨੂੰ ਇਹਨੇ ਗਾਲ ਨਾਲ ਲਾ ਕੇ ਰੱਖਿਆ ਗਵਰਨਮੈਂਟ ਨੇ, ਫਿਰ ਵੀ ਅਸੀਂ ਰੱਜ ਕੇ ਰੋਟੀ ਖਾਂਦੇ ਆ ਇੱਥੇ ਜੀ। ਬੜੇ ਸੋਹਣੇ ਆ, ਮੰਗਾਏ ਆ, ਦੇਖਦੇ ਆ ਪਿੱਛੇ ਦਾ ਵੀ ਮਾੜਾ ਮੋਟਾ ਜਿੰਨਾ ਕੁ ਹੁੰਦਾ ਕਰਦੇ ਹੀ ਆ ਅਸੀਂ, ਪਿਛਲਿਆਂ ਦਾ ਵੀ ਜੀ ਜੀ। ਉਹੀ ਗੱਲ ਆ ਵੀ ਉਹਨਾਂ ਨੇ ਇੱਥੇ ਕਾਨੂੰਨ ਬਣਾਇਆ, ਉਹਨਾਂ ਨੇ ਇੱਥੇ ਕੰਮ ਦਿੱਤੇ, ਮੰਗਾਏ। ਚਲੋ ਗਾਹਾਂ ਕਮਾਈਆਂ ਕਰ ਕਰਕੇ ਆਪਣੇ ਪਰਿਵਾਰ ਮੰਗਾ ਲਏ, ਆਪਣੇ ਗਾਹਾਂ ਬੱਚੇ ਸਾਰੇ ਸੈੱਟ ਹੈ ਜੀ, ਸਾਰੇ ਸੈੱਟ ਹੈ, ਮੌਜਾਂ ਮਾਰਦੇ ਆ ਜੀ ਹੈ ਨਾ। ਇੱਕੋ ਜਿਹਾ ਹੈ, ਚਲੋ ਏਦਾਂ ਕਿਸੇ ਦਾ ਘਰ ਬੜਾ ਕਿਸੇ ਦਾ ਛੋਟਾ ਹੈ, ਆਪਣੇ ਗੁਜ਼ਾਰੇ ਕਰਦੇ। ਕਿਸੇ ਪੈਸੇ ਧੇਲੇ ਦੀ ਕਿਸੇ ਦੀ ਜੇਬ ਖਾਲੀ ਹੈ ਇੱਥੇ? ਨਹੀਂ 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 ਨਹੀਂ, ਕਿਸੇ ਗੱਲ ਦੀ ਤੰਗੀ ਕੋ ਪੈਸਾ ਆ। ਹਾਂਜੀ ਹਾਂਜੀ, ਉੱਥੇ ਤਾਂ ਵਿਚਾਰੇ ਕਦੀ ਕਈ ਵਾਰੀ ਕੁਛ ਨਹੀਂ ਜੁੜਦਾ ਹੈਗਾ। ਸਹੀ ਗੱਲ ਆ। ਦਿਹਾੜੀ ਮੰਗ ਕੇ ਦਿਹਾੜੀ ਅੱਜ ਮੈਨੂੰ ਦੇਣਾ, ਇੰਨੇ ਦੇ ਦਿਓ ਤਾਂ ਮੈਂ ਤੁਹਾਨੂੰ ਦਊਂਗੇ ਜੋ ਸਾਨੂੰ ਮਿਲੂਗੇ। ਨਾਲੇ ਉੱਥੇ ਹੁਣ ਮੰਗਣ ਵੀ ਕਿਤੋਂ, ਸਾਰੇ ਤਾਂ ਉਦਾਂ ਦੇ ਹੀ ਆ, ਸਾਰੇ ਤਾਂ ਗਰੀਬ ਹੈ। ਹਾਂ ਇਦਾਂ ਹੀ ਆ। ਸਹੀ ਗੱਲ ਹੈ, ਜਿਹੜੇ ਅਮੀਰ ਆ ਉਹ ਜ਼ਿਆਦਾ ਹੀ ਅਮੀਰ ਆ, ਜਿਹੜੇ ਗਰੀਬ ਆ ਉਹ ਜ਼ਿਆਦਾ ਹੀ ਗਰੀਬ ਆ। ਤਾਂ ਹੀ ਤਾਂ ਉੱਥੇ ਇਹ ਕੰਮ ਹੁੰਦਾ, ਜੇ ਸਾਰੇ ਇੱਕੋ ਜਿਹੇ ਹੋਣ ਤਾਂ ਏਦਾਂ ਕੀ ਹੋਵੇ। ਆਪਣੇ ਢਿੱਡ ਭਰਦੇ, ਆਪਣੀਆਂ ਜਿਹੜੀ ਸਰਕਾਰ ਆਂਦੀ ਆਪਣਾ ਬਣਾ ਕੇ ਬਹਿ ਜਾਂਦੀ, ਜਿਹੜੀ ਸਰਕਾਰ ਆਂਦੀ ਆਪਣਾ ਬਣਾ ਕੇ ਬਹਿ ਜਾਂਦੀ। ਗਰੀਬਾਂ ਨੂੰ ਕੌਣ ਪੁੱਛਦਾ? ਗਰੀਬ ਤਾਂ ਹੀ ਥੱਲੇ ਲੱਗੇ ਹੋ। ਜੇ ਗਵਰਨਮੈਂਟ ਇੱਕੋ ਜਿਹਾ ਹੀ ਕਰੇ ਸਾਰਿਆਂ ਦਾ ਤਾਂ ਕਿਉਂ ਹੋਵੇ ਏਦਾਂ ਜੀ ਹੈ ਨਾ। ਗਵਰਨਮੈਂਟ ਨਹੀਂ ਨਾ ਪੂਰਾ ਧਿਆਨ ਕਰਦੀ। ਹੁਣ ਪਤਾ ਹੈ ਗਰੀਬ ਬੈਠੇ ਆ, ਅਸੀਂ ਇਹਨਾਂ ਦਾ ਕੁਝ ਸੋਚੀਏ ਜੀ ਜੀ ਹੈ ਨਾ। ਉਧਰ ਥਾਂ ਥਾਂ ਲੰਗਰ ਲਾਏ ਸੀ ਇਹਨਾਂ ਵਿਚਾਰਿਆਂ ਦਾ, ਇੱਥੋਂ 4 ਧੇਲੇ ਭੇਜਦੇ ਤਾਂ ਮਾੜਾ ਮੋਟਾ ਇਹਨਾਂ ਦਾ ਕਰਦੇ ਆ। ਉਹੀ ਗੱਲ ਆ, ਫਿਰ ਸਰਕਾਰ ਨੂੰ ਕਿਤੇ ਦਿਸਦਾ ਨਹੀਂ। ਉਹ ਇੰਡੀਆ ਦੇ ਵਿੱਚ ਇਹਨਾਂ ਨੂੰ ਇਹਨਾਂ ਦੀ ਸਰਕਾਰ ਤਾਂ ਇਹ ਕੰਮ ਹੋਵੇ ਹੀ ਨਾ। ਹਾਂਜੀ, ਇਹਨਾਂ ਲਈ ਉਹਨਾਂ ਨੂੰ ਲੰਗਰ ਪਾਣੀ ਵੀ ਭੇਜਣਾ ਚਾਹੀਦਾ, ਇਹਨਾਂ ਲਈ ਧੁੱਪ ਛਾਂ ਦਾ ਖਿਆਲ ਰੱਖਣਾ ਚਾਹੀਦਾ, ਉਹਨਾਂ ਦੇ ਪਾਣੀ ਦਾ ਖਿਆਲ ਰੱਖਣਾ ਚਾਹੀਦਾ, ਉਹਨਾਂ ਦੇ ਡਾਕਟਰ ਦਾ ਖਿਆਲ ਰੱਖਣਾ ਚਾਹੀਦਾ ਵੀ ਉਹਨਾਂ ਨੂੰ ਕੋਈ ਦਵਾ ਦਾਰੂ ਦੀ ਲੋੜ ਹੋਵੇ। ਬੈਠੇ ਮੇਰੀ ਵੱਲੋਂ 25 ਪਾਉਂਡ ਲਿਖ ਲਿਓ ਤੁਸੀਂ, ਮੈਂ ਭੇਜਦੀ ਬਹੂ ਤੇ। ਓਕੇ ਜੀ, ਥੈਂਕ ਯੂ ਭੈਣ ਜੀ। ਤੁਹਾਡਾ ਕਿਸਾਨਾਂ ਲਈ, ਇੰਡੀਆ ਲਈ, ਗਰੀਬਾਂ ਲਈ ਮਨਜ਼ੂਰ ਜਿਹੜੇ ਬੈਠੇ ਆ ਮਨਜ਼ੂਰ। ਓਕੇ ਇਹਨਾਂ ਲਈ 25 ਪਾਉਂਡ ਲਿਖ ਲਓ, ਫਿਰ ਮੈਂ ਉਹਨਾਂ ਨੂੰ ਕਹੂੰਗੀ ਪਾ ਦੇ। ਓਕੇ ਥੈਂਕ ਯੂ ਭੈਣ ਜੀ। ਸੁਬਰਨੀ ਦਾਸ ਤੇਰੀ ਨਨਾਣ। ਹਾਂਜੀ ਹਾਂਜੀ ਹਾਂਜੀ, ਮੈਨੂੰ ਪਤਾ। ਹਾਂਜੀ ਹਾਂਜੀ, ਕਾਂਚੀ ਦੀ ਬਣੀ ਆ। ਹੋਰ ਭਾਜੀ ਠੀਕ ਹੈ? ਹਾਂਜੀ ਠੀਕ ਹੈ, ਨਿਆਣੇ? ਹਾਂਜੀ ਠੀਕ ਹੈ ਸਾਰੇ। ਬੜੇ ਚਿਰ ਬਾਅਦ ਆਪਣੀ ਗੱਲ ਹੋਈ। ਹਾਂਜੀ ਥੈਂਕ ਯੂ ਤੁਹਾਡਾ ਭੈਣ ਜੀ, ਬਹੁਤ ਬਹੁਤ। ਓਕੇ ਜੈ ਗੁਰਦੇਵ। ਚੰਗਾ ਚੰਗਾ, ਖਿਆਲ ਰੱਖਿਓ ਆਪਣਾ। ਹਾਂਜੀ, ਇਹ ਤੇ ਸਾਡੇ ਸਵਰਨ ਕੌਰ ਬਰਮਿੰਘਮ ਤੋਂ ਇਹਨਾਂ ਨੇ 25 ਪਾਉਂਡ ਆਪਣੇ ਭੇਜੇ ਹਨ ਮਜ਼ਦੂਰਾਂ ਵਾਸਤੇ ਜੋ ਕਿ ਧਰਨਾ ਲਾ ਕੇ ਬੈਠੇ ਹਨ, ਉਹਨਾਂ ਦੇ ਖਰਚੇ ਵਾਸਤੇ। ਕਿਉਂਕਿ ਇੱਦਾਂ ਥੋੜ੍ਹਾ ਥੋੜ੍ਹਾ ਵੀ ਸਾਰੇ ਇਹ ਸੇਵਾ ਕਰਨ। ਬਹੁਤ ਤੁਸੀਂ ਕਰਦੇ ਹੋ, ਇਹ ਨਹੀਂ ਮੈਂ ਕਹਿੰਦੀ, ਕਿਉਂਕਿ ਹਰ ਇੱਕ ਤਰ੍ਹਾਂ ਦਾ ਕੋਈ ਨਾ ਕੋਈ ਜਦੋਂ ਲੋੜ ਪੈਂਦੀ ਆ ਤੁਸੀਂ ਬਹੁਤ ਗੱਫੇ ਦਿੰਦੇ ਆ। ਜਦੋਂ ਟੀਵੀ ਨੂੰ ਵੀ, ਕਾਂਛੀ ਟੀਵੀ ਨੂੰ ਲੋੜ ਪੈਂਦੀ ਆ, ਉਦੋਂ ਵੀ ਤੁਸੀਂ ਗੱਫੇ ਦਿੰਦੇ ਆ। ਜਦੋਂ ਕੋਈ ਮਜਬੂਰੀ ਹੁੰਦੀ ਆ,
ਕੋਈ ਨਾ ਕੋਈ ਉਦੋਂ ਵੀ ਤੁਸੀਂ ਗੱਫੇ ਦਿੰਦੇ ਆ, ਤੁਸੀਂ ਸਾਰੇ ਪਾਸੇ ਦਾ ਖਿਆਲ ਰੱਖਦੇ ਹੋ, ਪਰ ਤੁਸੀਂ ਆ ਕੇ ਅੱਜ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ, ਆਪਣੇ ਵਿਚਾਰ ਦੱਸ ਸਕਦੇ ਹੋ, ਅਤੇ ਇਹ ਜਿਹੜੇ ਮਜ਼ਦੂਰ ਆ ਉਹਨਾਂ ਵਾਸਤੇ ਕੋਈ ਸਲਾਹ ਵੀ ਦੇ ਸਕਦੇ ਹੋ। ਮਜ਼ਦੂਰ ਸਖਤ ਮਿਹਨਤ ਦੇ ਬਾਵਜੂਦ ਵੀ ਜਦੋਂ ਇੱਕ ਮਜ਼ਦੂਰ ਆਪਣੇ ਬੱਚੇ ਦੀ ਦਿਲੀ ਅਰਮਾਨ ਪੂਰੇ ਕਰਨੇ ਹੁੰਦੇ ਆ, ਉਹਨਾਂ ਕੋ ਓਨੇ ਵੀ ਪੈਸੇ ਕੋਲ ਨਹੀਂ ਹੁੰਦੇ ਅਤੇ ਉਹਨਾਂ ਦਾ ਦਿਲ ਪੁੱਛਿਆ ਜਾਣੀਏ। ਜਦੋਂ ਕੋਈ ਬੱਚਾ ਆਪਣੇ, ਹੁਣ ਇੱਥੇ ਬੱਚਾ ਕੋਈ ਕਹਿ ਦੇਵੇ ਵੀ ਸਾਨੂੰ ਆਹ ਚੀਜ਼ ਦੀ ਲੋੜ ਆ, ਪੜ੍ਹਾਈ ਲਿਖਾਈ ਦੀ, ਸਾਨੂੰ ਕੰਪਿਊਟਰ ਦੀ ਲੋੜ ਆ, ਜਾਂ ਸਾਨੂੰ ਟੈਲੀਫੋਨ ਦੀ ਲੋੜ ਆ, ਜਾਂ ਸਾਨੂੰ ਕੋਈ ਹੋਰ ਚੀਜ਼ ਦੀ ਲੋੜ ਆ, ਅਤੇ ਆਪਾਂ ਉਸ ਨੂੰ ਝਟ ਪੂਰੀ ਕਰ ਦਿੰਦੇ ਹਾਂ ਕਿ ਬੱਚੇ ਦੀ ਗਾਹਾਂ ਤਰੱਕੀ ਹੋਣੀ ਆ। ਬੱਚੇ ਨੇ ਜੇ ਇਹ ਚੀਜ਼ ਨਾ ਲੈ ਕੇ ਦਿੱਤੀ ਤਾਂ ਬੱਚਾ ਕਿੱਦਾਂ ਅੱਗੇ ਚੱਲ ਸਕਦਾ ਆ। ਉੱਥੇ ਜੇ ਬੱਚੇ ਔਖੇ ਹੋ ਕੇ ਪੜ੍ਹਾਉਂਦੇ ਆ ਤਾਂ ਫਿਰ ਜਿਹੜੀਆਂ ਵੱਡੀਆਂ ਵੱਡੀਆਂ ਕੰਪਿਊਟਰ ਵਗੈਰਾ ਕਿੱਦਾਂ ਉਹ ਲੈ ਕੇ ਦੇਣ। ਵਿਹਲੇ ਮਜ਼ਦੂਰ ਜਿੱਦਾਂ ਹੁਣ ਦਿਹਾੜੀ ਨਹੀਂ ਮਿਲਦੀ, ਉਹਨਾਂ ਨੂੰ ਤਾਂ ਪੜ੍ਹਾਉਣੇ ਲਿਖਾਉਣੇ ਦਾ ਹੀ ਬਹੁਤ ਸੰਦੇ ਆ, ਅਤੇ ਉਹਨਾਂ ਨੇ ਤਾਂ ਪੜ੍ਹਾਈ ਦਾ ਖਰਚਾ ਵੀ ਨਹੀਂ ਤੁਰਦਾ, ਅਤੇ ਘਰ ਦਾ ਚੁੱਲ੍ਹਾ ਨਹੀਂ ਚੱਲਦਾ, ਤਾਂ ਪੜ੍ਹਾਈ ਉਹ ਕਿੱਥੋਂ ਕਰਾਉਣ। ਇਸ ਕਰਕੇ ਤੁਸੀਂ ਆ ਕੇ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ ਅਤੇ ਆਪਣੇ ਵਿਚਾਰ ਦੇ ਸਕਦੇ ਹੋ। ਅਤੇ ਪਹਿਲਾਂ ਕਿਸਾਨ ਕਹਿੰਦੇ ਸੀ ਅਸੀਂ ਮਜ਼ਦੂਰਾਂ ਦੀ ਮਿਹਨਤ ਦੇ ਨਾਲ ਹੀ ਕਾਮਯਾਬ ਹੁੰਦੇ ਹਾਂ। ਹੁਣ ਪੂਰੀ ਮਿਹਨਤ ਵੀ ਨਹੀਂ ਦਿੰਦੇ, ਕਿਉਂਕਿ ਉਹ ਕੰਮ ਕਰਨੇ ਤੋਂ ਤਾਂ ਗਰੀਬ ਕੋਈ ਪਿੱਛੇ ਨਹੀਂ ਹਟਦਾ। ਜਦ ਪੂਰੀ ਦਿਹਾੜੀ ਦਾ ਹੱਕ ਮਿਲਦਾ ਹੋਵੇ ਤਾਂ ਕੌਣ ਨਹੀਂ ਕੰਮ ਕਰਨਾ ਚਾਹੁੰਦਾ, ਸਾਰੇ ਚਾਹੁੰਦੇ ਆ। ਜਦ ਤੁਸੀਂ 700 ਰੁਪਈਆ ਦਿਹਾੜੀ ਹੋਵੇ ਤਾਂ ਉਹ 200 ਰੁਪਈਆ ਅਗਲੇ ਨੂੰ ਦੇਵੋ ਤਾਂ ਉਹ ਕੀ ਕਰ ਸਕਦਾ ਆ? ਉਹਦੇ ਵਿੱਚੋਂ ਕਿੱਦਾਂ ਖਰਚੇ ਪੂਰੇ ਕਰ ਸਕਦਾ ਆ? ਕਿੱਦਾਂ ਉਹਦੇ ਘਰ ਦਾ ਚੁੱਲ੍ਹਾ ਚੱਲ ਸਕਦਾ ਆ? ਕਿੱਦਾਂ ਬਾਕੀ ਜਿਹੜੇ ਜੀਅ ਆ ਉਹਨਾਂ ਨੂੰ ਕਿੱਦਾਂ ਖਰਚਾ ਪੂਰਾ ਹੋ ਸਕਦਾ ਹੈ? ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ। ਮਜ਼ਦੂਰ ਦੀ ਮਿਹਨਤ ਕਰਦਿਆਂ ਦੇਖੋ, ਮਜ਼ਦੂਰਾਂ ਦੀ ਮਿਹਨਤ ਕਰਦਿਆਂ ਤੇ ਉਹਨਾਂ ਦੇ ਹੱਥਾਂ 'ਤੇ ਰੱਟਣ ਪਏ ਹੁੰਦੇ ਹਨ, ਹੱਥਾਂ 'ਤੇ ਛਾਲੇ ਪੈ ਜਾਂਦੇ ਆ, ਇੱਟਾਂ ਵੱਟੇ ਰੋੜੇ ਚੱਕਦਿਆਂ ਦੇ, ਕਹੀ ਵਾਹੁੰਦਿਆਂ ਦੇ। ਮੈਂ ਇਹ ਨਹੀਂ ਕਹਿੰਦੀ ਕਿ ਕਿਸਾਨ ਆਪ ਨਹੀਂ ਮਿਹਨਤ ਕਰਦਾ, ਉਹ ਆਪ ਵੀ ਕਰਦੇ ਆ, ਪਰ ਜਦੋਂ ਗਰੀਬ ਮਿਹਨਤ ਕਰਦਾ ਹੈ ਉਹ ਦਿਲ ਲਾ ਕੇ ਆਪਣੀ ਜਾਨ ਮਾਰ ਕੇ ਮਿਹਨਤ ਕਰਦੇ ਹਨ। ਸੌਰੀ, ਉਹਨਾਂ ਦਾ ਹੱਕ ਪੂਰਾ ਮਿਲ ਜਾਵੇ ਤਾਂ ਫਿਰ ਉਹ ਵੀ ਖੁਸ਼ ਅਤੇ ਕਿਸਾਨ ਵੀ ਖੁਸ਼, ਕਿਉਂਕਿ ਉਹਦੀ ਆਮਦਨ ਜ਼ਿਆਦਾ ਨਿਕਲੂਗੀ। ਉਹਨਾਂ ਗਰੀਬ ਮਿਹਨਤ ਖੁਸ਼ ਹੋ ਕੇ ਜ਼ਿਆਦਾ ਕਰਦਾ ਆ ਅਤੇ ਘਰ ਦਾ ਗੁਜ਼ਾਰਾ ਵੀ ਚੰਗਾ ਚੱਲਦਾ ਆ। ਬਾਕੀ ਜਿੰਨਾ ਚਿਰ ਸਰਕਾਰਾਂ ਕੋਈ ਇਹ ਪੂਰਾ ਹੱਕ ਨਹੀਂ ਲੱਭਦੀਆਂ, ਪੂਰਾ ਹੱਕ ਨਹੀਂ ਦਿੰਦੀਆਂ, ਇਹ ਜ਼ਿਆਦਾ ਸਰਕਾਰਾਂ ਨੂੰ ਸੋਚਣਾ ਚਾਹੀਦਾ ਆ ਪਬਲਿਕ ਦਾ। ਜਿਸ ਤਰ੍ਹਾਂ ਵੋਟਾਂ ਲੈਣ ਲਈ ਘਰ ਪਰ ਘਰ ਤਾਲੇ ਕਰਦੇ ਆ, ਅੱਜ ਉਹ ਦਿਨ ਕਿਉਂ ਐਡੀ ਛੇਤੀ ਭੁੱਲ ਗਏ ਵੀ ਇਹਨਾਂ ਦੀਆਂ ਵੋਟਾਂ ਦੇ ਨਾਲ ਰਾਜ ਗੱਦੀਆਂ 'ਤੇ ਬੈਠੇ ਆ, ਵੱਡੇ ਵੱਡੇ ਅਹੁਦਿਆਂ 'ਤੇ ਬੈਠੇ ਆ। ਉਦੋਂ ਤਾਂ ਜਾ ਕੇ ਸਾਡੀਆਂ ਮਾਤਾਵਾਂ ਭੈਣਾਂ ਬੱਚਿਆਂ ਨੂੰ ਚੱਕ ਕੇ ਉਹਨਾਂ ਨੂੰ ਦਲਵਰੀਆਂ ਦਿੰਦੇ ਸੀ ਕਿ ਅਸੀਂ ਤੁਹਾਡਾ ਖਿਆਲ ਰੱਖਾਂਗੇ, ਅਸੀਂ ਤੁਹਾਡੀਆਂ ਪੂਰੀਆਂ ਮੰਗਾਂ ਕਰਾਂਗੇ, ਅਸੀਂ ਤੁਹਾਡੀ ਪੂਰੀ ਪੈਨਸ਼ਨ ਦੇਵਾਂਗੇ, ਅਸੀਂ ਤੁਹਾਡੇ ਸਾਰੇ ਹੱਕ ਦੇਵਾਂਗੇ। ਅੱਜ ਉਹ ਹੱਕ ਕਿੱਥੇ ਚਲ ਗਏ? ਆਪਣੇ ਇਹ ਵਾਅਦਿਆਂ ਤੋਂ ਮੁੱਕਰ ਰਹੇ ਆ।
ਸਾਨੂੰ ਕਦੀ ਵੀ ਮਜ਼ਦੂਰਾਂ ਦੇ ਯੋਗਦਾਨ ਨੂੰ ਭੁੱਲਣਾ ਨਹੀਂ ਚਾਹੀਦਾ। ਉਹ ਵੀ ਮਿਹਨਤ ਕਰਦੇ ਨੇ, ਉਹਨਾਂ ਨੇ ਵੀ ਮਿਹਨਤ ਕਰਕੇ ਆਪਣੇ ਬੱਚੇ ਪਾਲਣੇ ਹਨ। ਗੌਰਮੈਂਟ ਨੂੰ ਮਜ਼ਦੂਰਾਂ ਦੇ ਪੂਰੇ ਹੱਕ ਦੇਣੇ ਚਾਹੀਦੇ ਹਨ, ਕਿਉਂਕਿ ਗੌਰਮੈਂਟ ਆਪ ਤਾਂ ਘਰਾਂ ਦੇ ਵਿੱਚ ਐਸ਼ ਕਰਦੀ ਆ। ਆਪਣੇ ਇਹਨਾਂ ਮਜ਼ਦੂਰਾਂ ਤੋਂ ਹੀ ਇਹ ਗੌਰਮੈਂਟ ਬਣੀ ਆ। ਹੈਲੋ ਜੀ, ਸਤਿ ਸ੍ਰੀ ਅਕਾਲ ਜੀ। ਹਰਭਜਨ ਕੌਰ। ਸਤਿ ਸ੍ਰੀ ਅਕਾਲ ਜੀ ਹਰਭਜਨ ਕੌਰ ਜੀ, ਕਿੱਦਾਂ ਹਾਲ ਚਾਲ? ਠੀਕ ਬਾਬਾ ਹੈ, ਨਾਨਕ ਰਹਿਮ ਕਰੇ ਸੱਚੇ ਪਾਤਸ਼ਾਹ। ਇਹ ਵਿਚਾਰੇ ਮਾਈਆਂ ਬਾਬੇ ਭੈਣਾਂ ਭਰਾ ਸਾਰੇ ਜੀ ਕਿਵੇਂ ਬੈਠੇ ਹੋਏ ਨੇ, ਸਾਡੇ ਕੋਲੋਂ ਤੇ ਪੁੰਜੇ ਹੀ ਨਹੀਂ ਬੈਠਾ ਜਾਂਦਾ ਹੈ, ਤੇ ਵਿਚਾਰੇ ਉੱਥੇ ਕਈ ਦਿਨਾਂ ਦੇ ਬੈਠੇ ਹੋਏ ਨੇ। ਜੀ ਕੋਈ ਰੱਬ ਦਾ ਘਰ ਯਾਦ ਕਰ ਲੈਣ ਜਿਹੜੇ ਕੁਰਸੀਆਂ ਤੇ ਬੈਠੇ ਨੇ। ਜੀ ਕੋਈ ਜੀ ਰੱਬ ਦਾ ਨਾਂ ਯਾਦ ਕਰਕੇ ਤੇ ਇਹਨਾਂ ਵਿਚਾਰੇ ਮਿਹਨਤ ਇਹ ਕਰਦੇ ਨੇ ਤੇ ਆਂਛਾ ਦੂਜੇ ਕਰਦੇ ਪਏ ਨੇ। ਐਂਛਾ ਭੋਗਨੋਂ ਗਰੀਬਾਂ ਦੇ ਸਿਰ ਤੋਂ ਹਟ ਜਾਣ, ਰੱਬ ਬੜਾ ਦਿਆਲ ਹੁੰਦਾ ਜੀ। ਰੱਬ ਦੀਆਂ ਕੀਤੀਆਂ ਜਿਹੜੀਆਂ ਜੇ ਉਹ ਫਿਰ ਬੰਦਾ ਰੱਬ ਦੇ ਆਵਾਜ਼ ਉਹਦੀ ਲਾਠੀ ਹੁੰਦੀ ਜੀ। गरीब को ना सतावो तो रो देगा, सुनेगा उसका मालिक जब को देगा। गरीबां नूं ना सताओ, मजदूर बेचारे मेहनत करते ने, ਉਹਨਾਂ ਨੂੰ ਇੱਕ ਕੰਮ ਦਿੰਦੇ ਨੇ 20 ਕੰਮ ਨਾਲ ਉਂਝੀ ਕਰਾ ਲੈਂਦੇ ਨੇ, ਵੀ ਕਰ ਤੇ ਪੈਸੇ ਦਿੰਦੇ ਕੋਈ ਨਹੀਂ ਜੀ। ਤੇ ਜਿਹੜੇ ਉਂਝ ਉਥੇ ਉਰੇ ਪਰੇ ਸਵੇਰੇ ਮੈਂ ਤੇ ਨਰਕ ਦੇ ਦਰਵਾਜ਼ੇ ਵੇਖਦੀ ਕੋਈ ਨਹੀਂ, ਸਵੇਰੇ ਵੀ ਉੱਤੇ ਲਿਖਿਆ ਹੋਇਆ BTV ਤੇ ਉਹਦੇ ਉੱਤੇ ਨੰਗ ਪੁੰਗੀ ਜਨਾਨੀ ਵਿਕ ਜਾਏ, ਕੱਪੜੇ ਪਾਏ ਹੋਏ ਚਾਹੇ ਨਿੱਕਰ ਨਹੀਂ ਪਾਈ ਹੋਈ। ਬਾਬਾ ਰਹਿਮ ਕਰੇ। ਇਹੋ ਤੇ ਰੱਬ ਨੂੰ ਦੇਖਦੇ ਪਈਆਂ ਨੇ। ਤੇ ਜਿਹੜੇ ਉਂਝ ਲੱਖਾਂ ਖਰਚ ਦੇ ਵਿੱਚ ਕੁਸੰਗ ਦੇਖੋ, ਬੂਹੇ ਆਏ ਪਖੀਰ ਨੂੰ ਦੇਣ ਧੱਕੇ ਤੇ 2 ਕਦਮ ਦਰਵਾਜ਼ੇ ਉਹ ਲੰਘ ਦੇਖੋ। ਕੁਸੰਗ ਵਿੱਚ ਲੋਕੀ ਲੱਖਾਂ ਖਰਚਦੇ ਨੇ, ਤੇ ਜਿਹੜੇ ਇਹ ਗਰੀਬਾਂ ਵਿਚਾਰਿਆਂ ਵਾਸਤੇ ਰੋਟੀ ਦਾ ਵੀ ਘਾਟਾ ਜੀ, ਇਹਨਾਂ ਨੂੰ ਰੋਟੀ ਵੀ ਨਹੀਂ ਮਿਲਦੀ ਪਈ ਤੇ ਕੀ ਕਰਾਂ, ਸੜਕਾਂ ਤੇ ਬੈਠੇ ਹੋਏ ਨੇ। ਇਹਨਾਂ ਨੂੰ ਮੁਲਕ ਦੇ ਜਿਹੜੇ ਉੱਚੇ ਗੱਦੀਆਂ 'ਚ ਬੈਠੇ ਨੇ ਇਹਨਾਂ ਨੂੰ ਸ਼ਰਮ ਹੋਣੀ ਚਾਹੀਦੀ ਹੈ ਜੀ। ਇਹਨਾਂ ਗਰੀਬਾਂ ਦੇ ਸਿਰ ਤੇ ਅਸੀਂ ਚਲਾਉਂਦੇ ਪਏ ਨੇ, ਘਰ ਚੱਲਦੇ ਨੇ ਇਹਨਾਂ ਦੇ ਸਿਰ ਤੇ ਆਂਛਾ ਕੋਈ ਕਰਦੇ ਪਏ ਨੇ। ਸਹੀ ਗੱਲ ਆ। ਆਹੋ, ਆਪਣੇ ਕਿ ਬੰਦੇ ਨੂੰ ਵੇਖਣਾ ਕਿਹਦਾ ਵਾਸਤੇ ਸਾਡੇ ਵਾਸਤੇ ਪਾਪ ਹੈ। ਉੱਥੇ ਜਾ ਕੇ ਟਿੱਕਾ ਲਾ ਕੇ ਤੇ ਉਰੇ ਪਰੇ ਵੇਖਦੀਆਂ ਨੇ ਬੰਦਿਆਂ ਨੂੰ, ਬੰਦੇ ਵੀ ਜਨਾਨੀਆਂ ਵੀ, ਤੇ ਨੱਚਣਾ ਤੇ ਭੁੜਕਣਾ। ਜਨਾਨੀ ਨੂੰ ਟੀਵੀ ਨੂੰ ਤੇ ਰੱਬ ਨੇ ਕੱਜਿਆ ਹੋਇਆ ਸੀ ਜੀ। ਧਨ ਦੌਲਤ ਭੋਜਨ ਔਰ ਨਾਰੀ ਚਾਰੇ ਪਰਦੇ ਕੇ ਅਧਿਕਾਰੀ। ਚਾਰਾਂ ਨੂੰ ਪਰਦੇ ਵਿੱਚ ਰੱਬ ਨੇ ਰੱਖਣਾ ਕਿਹਾ ਹੋਇਆ ਹੈ। ਤੇ ਵਿਚਾਰੀਆਂ ਜਿਹੜੀਆਂ ਨਿਊਜ਼ ਬੱਚੇ ਦਿੰਦੇ ਨੇ ਕਿਤੇ ਚੰਗੇ ਨੇ, ਕੋਈ ਫੈਸ਼ਨ ਨਹੀਂ, ਕੋਈ ਲੈਣੀ ਨਹੀਂ ਦੇਣੀ ਨਹੀਂ। ਰੱਬ ਇਹੋ ਜਿਹੀਆਂ ਦੇ ਸਿਰ ਤੇ ਵਾਸਤਾ ਹੈ। ਰੱਬ ਨੂੰ ਕੋਈ ਥੰਮੇ ਕੋਈ ਨਹੀਂ ਹੈਗੇ, ਪਰਵਰਦੀਗਾਰ ਨੂੰ। ਉਹਨਾਂ ਨੂੰ ਚੰਗੇ ਲੋਕਾਂ ਦੇ ਥੰਮੇ ਨੇ। ਕੋਠੇ ਨੂੰ 4 ਥੰਮੀਆਂ ਨਾ ਦੇਵੋ ਤਾਂ ਕੋਠਾ ਛੱਤ ਡਿੱਗ ਜਾਂਦਾ ਹੈ। ਸਹੀ ਗੱਲ ਆ। ਤੇ ਉਹਨਾਂ ਨੂੰ ਇਹਨਾਂ ਦੇ ਥੰਮੇ ਨੇ ਜਿਹੜੇ ਭਲੇ ਲੋਕ ਨੇ, ਇਹਨਾਂ ਤੇ ਰੱਬ ਵਸਦਾ ਪਿਆ ਹੈ। ਸਹੀ ਗੱਲ। ਹੁਣ ਮੈਂ ਵੇਖਿਆ ਨਰਕ ਦਾ ਦਰਵਾਜ਼ਾ ਸਵੇਰੇ ਉਂਝੀ ਮੈਂ ਵੇਖਦੀ ਰਹਿੰਦੀ, ਮੈਨੂੰ ਆਦਤ ਹੈ ਚਾਨਣ ਅਦਰ ਬਟਨ ਦੀ। ਤੋਂ ਮੈਂ ਵੇਖਿਆ ਬਾਬਾ ਧੰਨ ਗੁਰੂ ਨਾਨਕ ਦੇਵ ਇਹਨਾਂ ਨੂੰ ਸਮਤ ਬਖਸ਼ੇ ਮੇਰਾ ਵਾਹਿਗੁਰੂ ਦਾਤਾ ਸੱਚੇ ਪਾਤਸ਼ਾਹ। ਇਹ ਕਿਵੇਂ ਨਾਰੀ ਨੰਗੀ ਤੇ ਚੰਗੀ ਦੀ ਲੱਗਦੀ, ਕਿਵੇਂ ਦੇ ਸਭਾ ਦੇ ਵਿੱਚ ਨੱਚਦੀਆਂ ਪਈਆਂ ਨੇ। ਕੋਈ ਇਹਨਾਂ ਦੇ ਮਾਪਿਆਂ ਨੂੰ ਵੀ ਸ਼ਰਮ ਹੋਣੀ ਚਾਹੀਦੀ ਹੈ, ਤੇ ਜਿਹੜੇ ਨਚਾਉਂਦੇ ਨੇ ਉਹਨਾਂ ਨੂੰ ਵੀ ਸ਼ਰਮ ਹੋਣੀ ਚਾਹੀਦੀ ਹੈ ਜੀ। ਅੱਛਾ ਜੀ, ਰੱਬ ਰਾਖਾ। ਸਤਿ ਸ੍ਰੀ ਅਕਾਲ ਜੀ। ਕੋਈ ਗਲਤੀ ਹੋ ਜਾਏ ਤਾਂ ਮਾਫ ਕਰਿਓ। ਸਤਿ ਸ੍ਰੀ ਅਕਾਲ ਜੀ। ਇਹ ਤੇ ਸਾਨੂੰ ਵਾਹਿਗੁਰੂ ਜੀ, ਇਹ ਤੇ ਸਾਡੇ ਹਰਭਜਨ ਕੌਰ ਜੀ, ਇਹਨਾਂ ਨੇ ਮਜ਼ਦੂਰਾਂ ਬਾਰੇ ਦੁੱਖ ਪ੍ਰਗਟ ਕੀਤਾ ਕਿ ਗਰੀਬਾਂ ਦੀ ਸੁਣਨੀ ਚਾਹੀਦੀ ਆ। ਗਰੀਬਾਂ ਦੇ ਨਾਲ ਹੀ ਸਰਕਾਰਾਂ ਬਣਦੀਆਂ ਨੇ, ਇਹਨਾਂ ਦੇ ਸਿਰ ਤੇ ਹੀ ਰਾਜ ਕਰਦੀਆਂ ਨੇ। ਤੇ ਅੱਜ ਇਹਨਾਂ ਦੀ ਮਿਹਨਤ ਦਾ ਫਲ ਉਹ ਖਾਂਦੇ ਆ, ਆਪਣੀਆਂ ਜੇਬਾਂ ਭਰਦੇ ਆ। ਤੇ ਇਹ ਵਿਚਾਰੇ ਗਰੀਬ ਇਹ ਧਰਨੇ ਲਾ ਕੇ ਭੁੱਖੇ ਤੇ ਆਏ ਧੁੱਪ ਵਿੱਚ ਬੈਠੇ ਆ, ਆਪਣੇ ਕੰਮਕਾਰ ਛੱਡ ਕੇ। ਕਿਉਂ, ਜੇ ਇਹਨਾਂ ਨੂੰ ਕੰਮ ਮਿਲਦਾ ਹੋਵੇ, ਪੂਰੇ ਹੱਕ ਮਿਲਦੇ ਹੋਣ, ਤਾਂ ਇਹ ਵੀ ਆਪਣੇ ਘਰਾਂ ਦੇ ਵਿੱਚ ਜਾ ਕੇ ਕੰਮ ਕਰ ਸਕਣ। ਹੈਲੋ ਜੀ। ਹਾਂਜੀ, ਅਰਵਿੰਦਰ ਜੀ। ਜੈ ਗੁਰਦੇਵ ਭੈਣ ਜੀ। ਜੈ ਗੁਰਦੇਵ ਜੀ। ਜੈ ਗੁਰਦੇਵ ਜੀ, ਜੀ ਆਇਆਂ ਨੂੰ।
हाँ जी, प्रोग्राम सुन रहे सारे भैन भरावां जय गुरदेव। सिमरजीत कौर चाल बोलती है जी। हाँ जी, देखो जी हरभजन कौर भैन जी बड़ा कुछ कह गए आ, तुसी भी बड़ा कुछ कहा, सानू तो बोलण दी लोड़ नहीं रही है जी। हाँ जी, तुसी अपने विचार भी तुसी भी देवो क्योंकि सारी दुनिया सुनदी आ। हाँ जी, ਭਾਵੇਂ ਹੀ 1.5 ਮਹੀਨੇ ਤੋਂ ਉੱਤੇ ਹੋ ਗਿਆ ਆ, ਪਰ ਫੇਰ ਵੀ ਆਪਾਂ ਨੂੰ ਦੁੱਖ ਲੱਗਦਾ ਆ ਜਦੋਂ ਆਪਾਂ ਖਬਰਾਂ ਸੁਣਦੇ ਆ, ਨਿਊਜ਼ ਦੇਖਦੇ ਆ। हाँ जी, ਸਾਡੇ ਭੈਣਾਂ ਭਰਾ ਆ, ਉਹ ਸਾਡੀਆਂ ਮਾਤਾਵਾਂ ਭੈਣਾਂ ਬਜ਼ੁਰਗ। ਬਿਲਕੁਲ ਜੀ, ਸਾਡੇ ਹੀ ਆ। ਤੇ ਕਹਿੰਦੇ ਸੀਗੇ ਗਵਰਨਮੈਂਟ ਨੇ ਉਹਦਾ ਹੰਗਾਰਾ ਤਾਂ ਭਰਿਆ ਆ ਵੀ ਅਸੀਂ ਜਿੱਦਾਂ ਮਦਦ ਕਰਾਂਗੇ ਤੁਹਾਡੀ, ਤੇ ਜੀ। ਦੇਖੋ ਕਦ ਕਰਦੇ ਆ। ਇਹ ਆ ਗੱਲ ਤਾਂ ਇਹ ਆ ਜੀ, ਕਹਿਣ ਦਾ ਤੇ ਕਰਨ ਦਾ ਬਹੁਤ ਫਰਕ ਆ। हाँ जी, हाँ जी, ਗੱਲ ਕਰਨੀ ਸੌਖੀ ਆ। ਹੁਣ ਹਾਂਜੀ। ਮੈਂ ਇੱਥੇ ਟੀਵੀ ਤੇ ਬੈਠ ਕੇ ਬੋਲ ਜਾਵਾਂ हाँ जी, ਤੇ ਵਾਅਦੇ ਦੀ ਪੱਕੀ ਨਾ ਰਵਾਂ, ਤੇ ਇਹ ਬੋਲਣਾ ਤਾਂ ਬਹੁਤ ਸੌਖਾ ਆ, हाँ जी, हाँ जी, इदा ही है जी। ਹੈ ਨਾ। ਜੀ। ਜੇ ਹੱਕ ਮਿਲਦੇ ਹੁੰਦੇ ਤਾਂ ਸਾਡੀਆਂ ਮਾਤਾਵਾਂ ਜਿਹੜੀਆਂ ਸਿਆਣੀਆਂ ਬਜ਼ੁਰਗ, हाँ जी, ਜਿਨ੍ਹਾਂ ਨੂੰ ਇਸ ਵੇਲੇ ਮੰਜੇ ਤੇ ਬੈਠ ਕੇ ਖਾਣਾ ਮਿਲਣਾ ਚਾਹੀਦਾ ਆ, हाँ जी, हाँ जी, ਉਹ ਸਾਡੀਆਂ ਮਾਤਾਵਾਂ ਬਜ਼ੁਰਗ ਧਰਨਿਆਂ ਤੇ ਬੈਠੀਆਂ। ਧਰਨੇ ਤੇ ਬੈਠੇ ਇਦਾਂ ਹੀ ਆ ਜੀ। ਕਿੰਨਾ ਬਹੁਤ ਦੁੱਖ, ਔਖਾ ਆ ਜੀ, ਕਿੰਨਾ ਦੁੱਖ ਲੱਗਦਾ ਆ ਬਹੁਤ ਦੁੱਖ ਲੱਗਦਾ ਆ ਜੀ। ਜੀ। हाँ जी, ਤੇ ਮੈਂ ਕਵਿਤਾ ਪੜਾ ਇੱਕ ਇਹ ਕਿਰਤੀ ਤੇ ਆ। ਜੀ। ਕਿਰਤੀਆ ਕਿਰਤ ਕਰੇਂਦਿਆ ਕਰਨਾ ਟਾਲ ਮਟੋਲ, ਹੱਕ ਲੈਣਾ ਜੇ ਆਪਣਾ ਕਰਨਾ ਪੈਣਾ ਕੋਲ। ਜੀ। ਕਿਰਤੀਆ ਕਿਰਤ ਕਰੇਂਦਿਆ ਆਪਣਾ ਮੂਲ ਪਛਾਣ, ਗਿਰ ਜਾ ਤੇਰੇ ਮਾਸ ਨੂੰ ਤੋੜ ਤੋੜ ਕੇ ਖਾਣ। ਸਹੀ ਗੱਲ ਆ। ਕਿਰਤੀਆ ਕਿਰਤ ਕਰੇਂਦਿਆ ਜੱਗ ਦੇ ਵਿੱਚ ਹਨੇਰ, ਤੂੰ ਸੂਰਜ ਦਾ ਰੂਪ ਹੈ ਕਰਦੇ ਸੋਨ ਸਵੇਰ। ਜੀ। ਕਿਰਤੀਆ ਕਿਰਤ ਕਰੇਂਦਿਆ ਅੰਦਰ ਝਾਤੀ ਮਾਰ, ਬੇਲੜ ਪੱਲੇ ਜਿੱਤ ਗਿਓ ਤੇਰੇ ਪੱਲੇ ਹਾਰ। ਕਿਰਤੀਆ ਕਿਰਤ ਕਰੇਂਦਿਆ ਜੇ ਹੋ ਜਾਵੇ ਇੱਕ, ਜੀ। ਫਿਰ ਤਾਂ ਤੇਰੇ ਸਾਹਮਣੇ ਕੋਈ ਨਾ ਸਕਦਾ ਟਿਕ। ਕਿਰਤੀਆ ਕਿਰਤ ਕਰੇਂਦਿਆ ਨੇਰ ਨਾ ਆਵੇ ਢੋ, ਜੋਤ ਜਗਾ ਕੇ ਆਸ ਦੀ ਚਾਨਣ ਚਾਨਣ ਹੋ। ਜੀ। ਕਿਰਤੀਆ ਕਿਰਤ ਕਰੇਂਦਿਆ ਤੂੰ ਹੈ ਸਿਰਜਣਹਾਰ, ਤੂੰ ਹੀ ਜਾਰਾ ਸਿਰਜਿਆ ਇਹ ਸੁੰਦਰ ਸੰਸਾਰ। ਜੀ। ਕਿਰਤੀਆ ਕਿਰਤ ਕਰੇਂਦਿਆ ਤੁਰਨਾ ਮੱਠੀ ਤੋਰ, ਤੇ ਤੋਂ ਅੱਗੇ ਜਾ ਰਹੇ ਕਿਰਤੀ ਤੇਰੀ ਦੇ ਚੋਰ। ਤੇ ਤੋਂ ਅੱਗੇ ਜਾ ਰਹੇ ਕਿਰਤ ਤੇਰੀ ਦੇ ਚੋਰ। ਜੀ। ਕਿਰਤੀਆ ਕਿਰਤ ਕਰੇਂਦਿਆ ਮਾਲਣਾ ਬਹਿ ਕੇ ਹੱਥ, ਕਰ ਜ਼ੁਲਮਾਂ ਦਾ ਟਾਕਰਾ ਪਾ ਜ਼ਾਲਮ ਨੂੰ ਨੱਥ। ਕਿਰਤੀਆ ਕਿਰਤ ਕਰੇਂਦਿਆ ਮੈਨੂੰ ਹੈ ਵਿਸ਼ਵਾਸ, ਤੂੰ ਹੀ ਕਰਨੇ ਅੰਤ ਨੂੰ ਇੱਕ ਧਰਤੀ ਆਕਾਸ਼। ਜੀ। ਕਿਰਤੀਆ ਕਿਰਤ ਕਰੇਂਦਿਆ ਬਾਲ ਅਜਿਹੀ ਜੋਤ, ਮਿਟ ਜਾਵਣ ਇਸ ਜੱਗ ਤੋਂ ਇਹ ਜਾਤਾਂ ਇਹ ਗੋਤ। ਜੀ। ਕਿਰਤੀਆ ਕਿਰਤ ਕਰੇਂਦਿਆ ਵਾਂਗ ਸਮੇਂ ਦੀ ਮੋੜ, ਊਚ ਨੀਚ ਦਾ ਜੱਗ ਤੋਂ ਮੁੱਕ ਜਾਵੇ ਇਹ ਕੋੜ। ਜੀ। ਕਿਰਤੀਆ ਕਿਰਤ ਕਰੇਂਦਿਆ ਤੇਰੀ ਕਿਰਤ ਮਹਾਨ, ਮੁੱਲ ਨਾ ਤੇਰਾ ਪਾਉਂਦੀ ਦੁਨੀਆ ਬੇਈਮਾਨ। ਜੀ। ਕਿਰਤੀਆ ਕਿਰਤ ਕਰੇਂਦਿਆ ਡਰ ਨੂੰ ਛਿੱਕੇ ਟੰਗ, ਆਪੇ ਲੜਨੀ ਪਵੇਗੀ ਤੈਨੂੰ ਆਪਣੀ ਜੰਗ। ਜੀ। ਕਿਰਤੀਆ ਕਿਰਤ ਕਰੇਂਦਿਆ ਚੋਟ ਨਗਾਰੇ ਮਾਰ, ਤੇਰੇ ਪਿੱਛੇ ਤੁਰੇਗਾ ਫਿਰ ਸਾਰਾ ਸੰਸਾਰ। ਜੀ। ਕਿਰਤੀਆ ਕਿਰਤ ਕਰੇਂਦਿਆ ਤੂੰ ਨਾ ਬੋਲੇ ਝੂਠ, ਸੱਚ ਦੇ ਨੰਗੇ ਪੈਰ ਨੇ ਬੂਟ ਦੇ, ਸੱਚ ਦੇ ਨੰਗੇ ਪੈਰ ਨੇ ਝੂਠ ਨਾ ਝੂਠ ਦੇ ਪੈਰੀ ਬੂਟ। ਸੱਚ ਦੇ ਨੰਗੇ ਪੈਰ ਨੇ ਝੂਠ ਦੇ ਪੈਰੀ ਬੂਟ। ਸਹੀ ਗੱਲ ਆ, ਝੂਠ ਨੂੰ ਹੀ ਸਾਰਾ ਕੁਝ ਮਿਲਦਾ। ਕਿਰਤ ਕਰੇਂਦਿਆ ਕਰ ਕੋਈ ਤਦਬੀਰ, ਤੇਰੇ ਹਿੱਸੇ ਸੁੱਕੀਆਂ ਬੇਲੜ ਖਾਵੇ ਖੀਰ। ਕਿਰਤੀਆ ਕਿਰਤ ਕਰੇਂਦਿਆ ਪਾ ਦੇ ਐਸੀ ਬਾਤ, ਹੋਰ ਨਾ ਲੰਮੀ ਹੋ ਸਕੇ ਇਹ ਜ਼ੁਲਮਾਂ ਦੀ ਰਾਤ। ਜੀ। ਕਿਰਤੀਆ ਕਿਰਤ ਕਰੇਂਦਿਆ ਨਾਲ ਗੌਰ ਦੇ ਦੇਖ, ਦੋ ਹੀ ਜਾਤਾਂ ਜੱਗ ਤੇ, ਦੋ ਹੀ ਜਾਤਾਂ ਜੱਗ ਤੇ ਇੱਕ ਕਿਰਤੀ ਤੇ ਇੱਕ ਸੇਠ। ਜੀ। ਇੱਕ ਕਿਰਤੀ ਤੇ ਇੱਕ ਸੇਠ। ਕਿਰਤੀਆ ਕਿਰਤ ਕਰੇਂਦਿਆ ਕਰ ਕਿਰਤਾਂ ਤੇ ਮਾਣ, ਸਭ ਗਿੱਠ ਮੁਠੀਏ ਜਾਪਦੇ ਕੋਈ ਨਾ ਤੇਰੇ ਹਾਣ। ਕਿਰਤੀਆ ਕਿਰਤ ਕਰੇਂਦਿਆ ਤੈਨੂੰ ਲੱਖ ਲੱਖ ਪ੍ਰਣਾਮ, ਕਿਰਤੀ ਦਾ ਮੁੱਲ ਪਊਗਾ ਹਸਨਪੁਰੀ ਦਾ ਨਾਮ। ਕਿਰਤੀ ਦਾ ਮੁੱਲ ਪਊਗਾ ਹਸਨਪੁਰੀ ਦਾ ਨਾਮ। ਜੀ। ਇਹ ਸੀਗੀ
ਇੰਦਰਜੀਤ ਹਸਨਪੁਰੀ ਦੀ ਲਿਖੀ ਹੋਈ ਕਵਿਤਾ। ਹਾਂਜੀ, ਬਹੁਤ ਵਧੀਆ। ਕਿਰਤੀ ਤੇ, ਹਾਂਜੀ, ਕਿਰਤ ਤੇ ਲਿਖੀ ਹੋਈ ਕਵਿਤਾ ਸੀ। ਹਾਂਜੀ, ਗਰੀਬੀ ਤੇ ਲਿਖੀ ਸੀਗੀ ਉਹ। ਜੀ ਜੀ, ਹਾਂਜੀ। ਅੱਛਾ ਜੀ, ਟਾਈਮ ਦੇਣ ਦਾ ਬਹੁਤ ਬਹੁਤ ਧੰਨਵਾਦ ਤੇ ਜੈ ਗੁਰਦੇਵ ਜੀ। ਧੰਨ ਗੁਰਦੇਵ ਜੀ, ਧੰਨ ਗੁਰਦੇਵ। ਇਹ ਤੇ ਸਾਡੇ ਸਿਮਰਤ ਚੰਦ ਭੈਣ ਜੀ ਬਰਮਿੰਘਮ ਤੋਂ, ਇਹ ਹਮੇਸ਼ਾ ਦੀ ਤਰ੍ਹਾਂ ਜਿੱਦਾਂ ਆਉਂਦਾ ਪ੍ਰੋਗਰਾਮ ਹੋਵੇ ਉਸੇ ਤਰ੍ਹਾਂ ਦੀ ਕਵਿਤਾ ਲਿਆਉਂਦੇ ਹਨ। ਕਵਿਤਾ ਦੇ ਵਿੱਚ ਵੀ ਉਹੀ ਦੁੱਖ ਤਕਲੀਫਾਂ ਜੋ ਮਜ਼ਦੂਰ ਨੂੰ ਮਿਲ ਰਹੀਆਂ ਆ, ਜੋ ਗਰੀਬ ਨੂੰ ਹੁੰਦੀਆਂ ਆ, ਅਤੇ ਜੇ ਗੱਲਾਂ ਆਪਾਂ ਕਰ ਲਓ ਉਹ ਵੀ ਇਹ ਹੀ ਆ, ਕਿਉਂਕਿ ਮਜ਼ਦੂਰ ਦੀ ਹਰ ਪਾਸੇ ਇਸ ਟਾਈਮ 'ਤੇ ਹਾਰ ਹੈ, ਕਿਉਂਕਿ ਜਿੰਨਾ ਚਿਰ ਸਰਕਾਰ ਕੋਈ ਸਟੈਪ ਨਹੀਂ ਲੈਂਦੀ ਉਨਾ ਚਿਰ ਮਜ਼ਦੂਰ ਲਈ ਔਖਾ ਹੈ। ਮਜ਼ਦੂਰਾਂ ਦੀ ਗੱਲ ਸਰਕਾਰਾਂ ਨੂੰ ਸੁਣਨੀ ਤਾਂ ਪੈਣੀ ਆ, ਕਿਉਂਕਿ ਜੇ ਇਹ ਇੱਕ ਟਾਈਮ ਦਾ ਤਾਂ ਪਤਾ ਨਹੀਂ ਵੀ ਹੁਣ ਸਰਕਾਰ ਬਣ ਗਈ ਤਾਂ ਗਾਂਹ ਦੀ ਲੋੜ ਨਹੀਂ ਪੈਣੀ, ਇਹਨਾਂ ਦੀ ਲੋੜ ਤਾਂ ਪੈਣੀ ਆ, ਅੱਗੇ ਵੀ ਪੈਂਦੀ ਆ। ਇਹਨਾਂ ਤੋਂ ਬਗੈਰ ਕੰਮਕਾਰ ਕੋਈ ਚੱਲ ਨਹੀਂ ਸਕਦੇ। ਜਿੰਨਾ ਮਿਹਨਤ ਔਖੀ ਗਰੀਬ ਕਰ ਸਕਦਾ ਆ, ਮਿਹਨਤੀ ਮਿਹਨਤ ਕਰ ਸਕਦਾ ਆ, ਤਾਂ ਕੋਈ ਇਹਨਾਂ ਦੇ ਸਿਰ 'ਤੇ ਹੀ ਵੱਡੇ ਵੱਡੇ ਇਨਸਾਨ ਰਾਜ ਕਰਦੇ ਆ। ਇਹ ਜਾ ਕੇ ਜ਼ਮੀਨਾਂ ਦੇ ਵਿੱਚ ਕਮਾਈ ਕਰਦੇ ਆ, ਇਹੀ ਮਿਹਨਤਾਂ ਕਰਦੇ ਆ, ਇਹੀ ਫਸਲ ਨੂੰ ਪਾਲਦੇ ਆ, ਇਹੀ ਕੱਟਦੇ ਆ, ਤਾਂ ਤਾਈਓ ਇਹ ਮੰਡੀਆਂ ਦੇ ਵਿੱਚ ਸਾਰੀ ਦੁਨੀਆ 'ਤੇ ਅਨਾਜ ਜਾਂਦਾ ਆ, ਸਾਰੇ ਤਾਈਓ ਹੀ ਵਰਤਦੇ ਆ। ਜੇ ਗਰੀਬ ਇਹ ਮਿਹਨਤ ਨਾ ਕਰੂਗਾ ਤਾਂ ਫਿਰ ਤਾਂ ਭੁੱਖ ਹੋਰ ਵੀ ਵਧੂਗੀ। ਤਾਂ ਇਸ ਕਰਕੇ ਸਰਕਾਰ ਨੂੰ ਇਹਨਾਂ ਦਾ ਦੁੱਖ ਤਕਲੀਫ ਸੁਣਨੀ ਚਾਹੀਦੀ ਆ, ਇਹਨਾਂ ਦੇ ਹੱਕ ਇਹਨਾਂ ਨੂੰ ਦੇਣੇ ਚਾਹੀਦੇ ਆ। ਜੇ ਮਜ਼ਦੂਰ ਨੂੰ ਹੱਕ ਮਿਲਦੇ ਹੋਣ ਤਾਂ ਉਹਨਾਂ ਨੂੰ ਧੁੱਪਾਂ ਵਿੱਚ ਸੜਕਾਂ 'ਤੇ ਧਰਨੇ ਲਾਉਣ ਦੀ ਕੀ ਲੋੜ ਹੈ। ਉਹਨਾਂ ਨੂੰ ਵੀ ਰੱਬ ਨੇ ਪੇਟ ਲਾਇਆ ਹੋਇਆ ਹੈ, ਉਹ ਵੀ ਆਪਣੇ ਹੱਕ ਮੰਗਦੇ ਆ ਜੋ ਉਹਨਾਂ ਦਾ ਬਣਦਾ ਹੈ। ਉਹ ਕਿਸੇ ਕੋਲੋਂ ਭੀਖ ਨਹੀਂ ਮੰਗਦੇ, ਉਹ ਤਾਂ ਆਪ ਖੁਦ ਕੰਮ ਕਰਨ ਜਾਣਦੇ ਆ, ਉਹ ਤਾਂ ਆਪ ਖੁਦ ਮਿਹਨਤ ਆਪਣੀ ਜਾਨ ਨੂੰ ਤਕਲੀਫ ਦੇ ਕੇ, ਉਹਨਾਂ ਦੀ ਰੱਬ ਨੇ ਚਮੜੀ ਇਸ ਕੰਮ ਲਈ ਬਣਾਈ ਆ ਕਿ ਆਪ ਕੰਮ ਕਰਕੇ ਦੂਜਿਆਂ ਨੂੰ ਸੁੱਖ ਦੇਣਾ। ਜੋ ਅੱਜ ਸੁਖੀ ਬੈਠੇ ਆਪਣੇ ਵੱਡੇ ਵੱਡੇ ਮਹਿਲਾਂ ਦੇ ਵਿੱਚ, ਵੱਡੇ ਵੱਡੇ ਘਰਾਂ ਦੇ ਵਿੱਚ ਵੋਟਾਂ ਲੈ ਕੇ, ਇਹਨਾਂ ਗਰੀਬਾਂ ਦੀਆਂ ਵੋਟਾਂ ਲੈ ਕੇ, ਅੱਜ ਉਹਨਾਂ ਕੋਲ ਟਾਈਮ ਨਹੀਂ ਹੈਗਾ ਇਹਨਾਂ ਦੀ ਗੱਲ ਸੁਣਨੇ ਵਾਸਤੇ। ਕਿਉਂ? ਗਰੀਬ ਦੇ ਵਿੱਚ ਬਹੁਤ ਜਿਗਰਾ ਹੁੰਦਾ ਹੈ, ਬਹੁਤ ਇਹ ਮਿਹਨਤ ਕਰਨੇ ਦੇ ਕਾਬਲ ਹੁੰਦੇ ਆ, ਇਹ ਹੱਕ ਤੇ ਸੱਚ ਤੇ ਬੋਲਣ ਵਾਲੇ ਹੁੰਦੇ ਆ। ਇੱਦਾਂ ਦੇ ਬੰਦਿਆਂ ਨੂੰ ਬਹੁਤ ਘੱਟ ਪਸੰਦ ਕਰਦੇ ਆ, ਪਰ ਫਿਰ ਵੀ ਇਹਨਾਂ ਤੋਂ ਬਗੈਰ ਗੁਜ਼ਾਰਾ ਨਹੀਂ ਹੈ। ਇਹ ਗੱਲਾਂ ਗੌਰਮੈਂਟ ਨੂੰ ਕਿਉਂ ਅੱਜ ਸਮਝ ਨਹੀਂ ਆਉਂਦੀਆਂ। ਆਪਣੀ ਰੋਜ਼ ਦੀ ਰੋਟੀ ਦਾ ਪ੍ਰਬੰਧ ਕਰਨਾ ਉਹਨਾਂ ਨੂੰ ਮਿਹਨਤ ਕਰਨੀ ਆਉਂਦੀ ਹੈ, ਪਰ ਪੂਰੇ ਹੱਕ ਨਹੀਂ ਮਿਲਦੇ, ਇਸ ਕਰਕੇ ਗੁਜ਼ਾਰਾ ਔਖਾ ਹੁੰਦਾ ਹੈ। ਜੇ ਉਹਨਾਂ ਨੂੰ ਪੂਰੇ ਹੱਕ ਮਿਲਦੇ ਹੋਣ, ਉਹਨਾਂ ਨੂੰ ਕੀ ਧਰਨੇ ਲਾਉਣ ਦੀ ਲੋੜ ਆ, ਉਹਨਾਂ ਨੂੰ ਕੀ ਆਪਣੇ ਘਰ ਖਰਾਬ ਕਰਨੇ ਦੀ ਲੋੜ ਆ, ਉਹਨਾਂ ਨੂੰ ਕੀ ਜੇ ਉਹਨਾਂ ਦਾ ਗੁਜ਼ਾਰਾ ਹੁੰਦਾ ਹੋਵੇ ਤਾਂ ਗੌਰਮੈਂਟ ਨੂੰ ਇਹ ਨਹੀਂ ਦੀਦਾ। ਫਿਰ ਰੈਲੀਆਂ ਦੇ ਵਿੱਚ ਤਾਂ ਐਡੀਆਂ ਗੱਲਾਂ ਵੱਡੀਆਂ ਵੱਡੀਆਂ ਕਰਕੇ ਲੋਕਾਂ ਨੂੰ, ਭਲੇ ਮਾਨਸਾਂ ਨੂੰ, ਗਰੀਬਾਂ ਨੂੰ ਵੱਡੇ ਵੱਡੇ ਵਾਅਦੇ ਕਰਕੇ ਤਾਂ ਅੱਜ ਉਹਨਾਂ ਨੂੰ ਗੱਲ ਨਹੀਂ ਸੁਣਨੀ। ਤਾਂ ਇਹ ਤਾਂ ਫਿਰ ਪਰਮਾਤਮਾ ਤਾਂ ਉੱਤੇ ਸਾਰਿਆਂ ਦਾ ਹੀ ਦੇਖਦਾ ਆ ਨਾ। ਜਦੋਂ ਕੋਈ ਬੰਦਾ ਬਹੁਤ ਵੱਡਾ ਬਣ ਜਾਂਦਾ ਤਾਂ ਕਹਿੰਦਾ ਖਰਿਆ ਮੈਂ ਰੱਬ ਬਣ ਗਿਆ ਆ, ਰੱਬ ਨਹੀਂ ਕੋਈ ਬਣ ਸਕਦਾ। ਹੈਲੋ ਜੀ। ਹੈਲੋ ਅਰਵਿੰਦਰ ਜੀ, ਸਿਮਰਜੀਤ ਕੌਰ ਚਾਰ ਫੇਰ ਆਈ ਆ ਜੀ। ਹਾਂਜੀ ਭੈਣ ਜੀ। ਹਾਂਜੀ, ਗਰੀਬੀ ਦੀ ਇਹ ਕਵਿਤਾ ਆ ਜੀ। ਹਾਂਜੀ, ਤੇ ਅਲੇ ਹੁਣ 0 ਤੇ ਕਰ ਦਿੱਤੀ ਮੈਂ ਬਾਅਦ। ਆਪਣੇ ਪਿੰਡੋਂ ਸੁਬਹ ਸਵੇਰੇ ਇੱਕ ਦਿਨ ਤੁਰਿਆ ਕਰਨ ਮਜ਼ਦੂਰੀ ਜੀ, ਉਹ ਮਾਘ ਦੀ ਰੁੱਤੇ
ਜਿਨ੍ਹਾਂ ਚੋਗਾ ਚੁੱਕ ਕੇ ਖਾਣਾ ਉਹ ਤਾਂ ਤੁਰ ਪਏ ਮੰਜ਼ਿਲ ਵੱਲ ਨੂੰ, ਬਾਕੀ ਪੈਸੇ ਸੁੱਤੇ ਜੀ। ਬਾਜੂ ਮੰਡਲ ਧੁੰਦਲਾ ਧੁੰਦਲਾ, ਠੰਡੀ ਠੰਡੀ ਬਾਸੀ ਵਗਦੀ, ਕੰਬਣ ਕਣਕਾਂ ਛੋਲੇ, ਜਾਂਦੇ ਜਾਂਦੇ ਰੇਲ ਦੀ ਪਟੜੀ, ਜਾਂਦੇ ਜਾਂਦੇ ਰੇਲ ਦੀ ਪਟੜੀ ਉੱਤੇ ਤੱਕੀਆਂ ਦੋ ਮੁਟਿਆਰਾਂ ਚੁਗ ਰਹੀਆਂ ਸੀ ਕੋਲੇ ਜੀ। ਗੋਦੜੀ ਦੇ ਵਿੱਚ ਲਾਲ ਸੀ ਦੋਵੇਂ, ਮੈਂ ਤਾਂ ਕਹਿਣਾ ਉਹਨਾਂ ਵਰਗੀ ਹੂਰ ਕੋਈ ਨਹੀਂ ਹੋਣੀ, ਇੱਕ ਦੂਜੀ ਤੋਂ ਵੱਧ ਕੇ ਦੋਵੇਂ, ਇੱਕ ਜੇ ਕਹੀਏ ਚੜ੍ਹਦਾ ਸੂਰਜ, ਦੂਜੀ ਚੰਨ ਤੋਂ ਸੋਹਣੀ ਜੀ। ਇਉਂ ਸੌਂਦੀਆਂ ਦੋਵੇਂ ਜਣੀਆਂ ਨੀਲੇ ਪਾਣੀ ਦੇ ਵਿੱਚ ਜਿੱਦਾਂ ਫੁੱਲ ਕਮਲ ਦਾ ਸੋਵੇ ਜੀ। ਤੇੜ ਉਹਨਾਂ ਦੇ ਲਮਕਣ ਲੀਰਾਂ, ਤੇੜ ਉਹਨਾਂ ਦੇ ਲਮਕਣ ਲੀਰਾਂ, ਰੂਪ ਉਹਨਾਂ ਦਾ ਇੰਨਾ ਨਿਰਮਲ, ਮੈਲ ਮਨਾਂ ਦੀ ਧੋਵੇ ਜੀ। ਇੱਕ ਪਈ ਆਖੇ ਦੂਜੀ ਤਾਈ, ਕੱਲ ਤਾਂ ਸਾਰਾ ਦਿਨ ਹੀ ਮੈਨੂੰ ਕੋਲੇ ਕੁਝ ਨਾ ਲੱਭੇ, ਕੱਲ ਤਾਂ ਸਾਰਾ ਦਿਨ ਹੀ ਮੈਨੂੰ ਕੋਲੇ ਕੁਝ ਨਾ ਲੱਭੇ, ਕਈਆਂ ਰਾਤਾਂ ਵਾਂਗੂ ਕੱਲ ਵੀ ਦੋਵੇਂ ਭੈਣਾਂ ਤੇ ਮਾਂ ਮੇਰੀ ਭੁੱਖੇ ਸੁੱਤੇ ਸੱਭੇ ਜੀ। ਭੁੱਖੇ ਸੁੱਤੇ ਸੱਭੇ। ਦੂਜੀ ਕਹਿੰਦੀ ਕੱਲ ਰਾਤ ਦਾ ਪਿਓ ਮੇਰੇ ਨੂੰ ਤਾਪੇ ਚੜਿਆ ਜੀ। ਤਾਂ ਨਾ ਉਸ ਨੂੰ ਆਵੇ, ਅੱਜ ਮੈਂ ਕੋਲੇ ਚੁੱਕ ਕੇ ਪਹਿਲਾਂ ਉਸ ਦੀ ਖਾਤਰ दारू ਲੈਣੀ, ਚਿੰਤਾ ਵੱਡ ਵੱਡ ਖਾਵੇ ਜੀ। ਮਿਰਗ ਨੈਣ ਜਿਹੇ ਚੌਂ ਨੈਣਾ ਨੂੰ, ਕੁਝ ਬਿੱਥਾਂ ਤੇ ਪੱਥਰਾਂ ਦੇ ਵਿੱਚ ਕੋਲਾ ਨਜ਼ਰੀ ਆਇਆ, ਕੋਲਾ ਨਜ਼ਰੀ ਆਇਆ, ਜਿੱਧਰ ਹੈ ਸੀ ਪਿਆ ਉਹ ਕੋਲਾ ਜੀ। ਦੋਨੋਂ ਬਿਜਲੀ ਵਾਂਗੂ ਵਧੀਆਂ, ਹੱਥ ਦੋਹਾਂ ਜਾ ਪਾਇਆ ਜੀ। ਇੱਕ ਦੂਜੀ ਤੋਂ ਖੋਣਾ ਚਾਵੇ, ਨਾ ਉਹ ਛੱਡੇ ਨਾ ਉਹ ਛੱਡੇ ਜੀ। ਆਖਰ ਉਹ ਲੜ ਪਈਆਂ ਜੀ। ਆਪਸ ਦੇ ਵਿੱਚ ਗਾਲ ਮੰਗਾਈ, ਗੁੱਥਮ ਗੁੱਥਾ, ਇੱਕ ਦੂਜੀ ਨੇ ਗੁੱਤਾਂ ਵੀ ਫੜ ਲਈਆਂ ਜੀ। ਇੰਨੇ ਚਿਰ ਨੂੰ ਅਚਨਚੇਤ ਹੀ ਨੇਰੀ ਵਾਂਗੂ ਖੌਰੂ ਪਾਉਂਦੀ ਗੱਡੀ ਦੌੜੀ ਆਈ, ਗੱਡੀ ਲੰਘ ਗਈ ਉਹਨਾਂ ਉੱਤੋਂ, ਗੱਡੀ ਲੰਘ ਗਈ ਉਹਨਾਂ ਉੱਤੋਂ, ਢਿੱਡ ਦੀ ਅੱਗ 'ਚ ਪਾਗਲ ਹੋ ਕੇ ਦੋਹਾਂ ਜਾਨ ਗਵਾਈ। ਹਸਨਪੁਰੀ ਹਨ ਸਿਆਂ ਜਿੰਦਾ, ਨਿਤ ਇਹਨਾਂ ਦੀ ਹਿੱਕ ਤੋਂ ਲੰਘਣ, ਭੁੱਖ ਰੇਲ ਦੇ ਪਹੀਏ। ਦੱਸੋ ਇਹ ਦੁਨੀਆ ਦੇ ਲੋਕੋ, ਭੁੱਖ ਨੰਗ ਦੇ ਇਸ ਜ਼ਬਰ ਨੂੰ ਆਪਾਂ ਕਿਉਂ ਕਰ ਸਹੀਏ, ਭੁੱਖ ਨੰਗ ਦੇ ਇਸ ਜ਼ਬਰ ਨੂੰ ਆਪਾਂ ਕਿਉਂ ਕਰ ਸਹੀਏ। ਹਾਂਜੀ, ਇਹ ਸੀਗੀਆਂ ਗਰੀਬੀ ਦੇ ਉੱਤੇ ਕੋਲਾ ਚੌਕਦੀਆਂ ਸੀ, ਚੌਕਦੀਆਂ ਚੌਕਦੀਆਂ ਉਹ ਰੇਲ ਦੇ ਥੱਲੇ ਆ ਗਈਆਂ ਜੀ। ਜਾਨ ਗਵਾ ਲਈ ਨਹੀਂ ਆਪਣੀ ਗਰੀਬੀ ਦੇ ਵਿੱਚ ਜੀ। ਜੀ ਹਾਂਜੀ ਹਾਂਜੀ। ਅੱਛਾ ਜੀ, ਟਾਈਮ ਦੇ ਤਾਂ ਬਹੁਤ ਬਹੁਤ ਧੰਨਵਾਦ ਤੇ ਜੈ ਗੁਰੂ। ਥੈਂਕ ਯੂ ਜੀ, ਤੁਹਾਡਾ ਬਹੁਤ ਬਹੁਤ ਥੈਂਕ ਯੂ। ਤੁਸੀਂ ਗਰੀਬੀ ਤੇ ਕਵਿਤਾ ਪੜ੍ਹੀ ਆ ਤੇ ਇਹ ਦੋਹਰੀ ਵਾਰੀ ਆਏ ਸੀਗੇ ਸਿਮਰਤ ਚਾਹਲ ਭੈਣ ਜੀ, ਇਹਨਾਂ ਦਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ, ਕਿਉਂਕਿ ਗਰੀਬੀ ਇੱਕ ਐਸੀ ਚੀਜ਼ ਆ, ਗਰੀਬ ਕੋਈ ਹੋਣਾ ਨਹੀਂ ਚਾਹੁੰਦਾ। ਗਰੀਬ, ਇਹ ਜਿਹੜੇ ਗਰੀਬ ਬੈਠੇ ਆ ਧਰਨਿਆਂ ਤੇ, ਇਹ ਕੋਈ ਕਿਸੇ ਦੀ ਜੇਬ 'ਚੋਂ ਨਹੀਂ ਕੱਢਣਾ ਚਾਹੁੰਦੇ, ਇਹ ਤਾਂ ਸਿਰਫ ਆਪਣੀ ਮਿਹਨਤ ਦਾ ਹੱਕ ਲੈਣਾ ਚਾਹੁੰਦੇ ਆ। ਇਹ ਕੋਈ ਭੀਖ ਨਹੀਂ ਮੰਗਦੇ, ਇਹ ਗੌਰਮੈਂਟ ਤੋਂ ਆਪਣੇ ਹੱਕ ਮੰਗਦੇ ਆ, ਜਿਹੜੇ ਇਹਨਾਂ ਦੇ ਹੱਕ ਬਣਦੇ ਆ, ਜਿਹੜੇ ਵਾਅਦੇ ਕੀਤੇ ਹੋਏ ਆ, ਜਿਹੜੇ ਵਾਅਦੇ ਕਰਕੇ ਗੌਰਮੈਂਟ ਮੁੱਕਰੀ ਆ। ਇਸ ਵੇਲੇ ਇਹਨਾਂ ਦੀ ਗੱਲ ਨਹੀਂ ਸੁਣ ਰਹੀ। ਜੇ ਇਹਨਾਂ ਨੂੰ ਹੱਕ ਮਿਲੇ ਹੋ ਆ ਤਾਂ ਫਿਰ ਘਰਾਂ ਨੂੰ ਕਿਉਂ ਨਹੀਂ ਗਏ? ਇਹਨਾਂ ਨੂੰ ਪੂਰੀ ਲਿਖਾਈ ਦੇ ਵਿੱਚ ਇਹਨਾਂ ਦੇ ਹੱਕ ਦਿੱਤੇ ਜਾਣ ਤਾਂ ਇਹ ਘਰਾਂ ਨੂੰ ਜਾਣ। ਇਹਨਾਂ ਨੂੰ ਕੋਈ ਚਾਅ ਨਹੀਂ ਪਿਆ ਆ ਮੀਂਹ ਹਨੇਰੀ ਦੇ ਵਿੱਚ, ਧੁੱਪਾਂ ਦੇ ਵਿੱਚ ਭੁੱਖੇ ਥਿਆਏ ਰਹਿਣਾ, ਘਰਾਂ ਦਾ ਕੰਮ ਕਾਰ ਛੱਡ ਕੇ। ਤੁਹਾਨੂੰ ਪਤਾ ਹੈ ਕਿ ਸਾਡੀਆਂ ਮਾਤਾਵਾਂ ਭੈਣਾਂ ਦੇ ਕੋਲ 10 ਮਿੰਟ ਘਰ ਦੇ ਵਿੱਚੋਂ ਟਾਈਮ ਨਹੀਂ ਹੁੰਦਾ, ਉਹ ਫੇਰ ਵੀ ਸਾਡੇ ਵੀਰਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਸਾਥ ਦੇਣ ਲਈ ਬੈਠੀਆਂ ਹਨ। ਇਹ ਗੌਰਮੈਂਟ ਨੂੰ ਇਹ ਬਹੁਤ ਸਮਝਣਾ ਚਾਹੀਦਾ ਆ, ਕਿਉਂਕਿ ਉਹਨਾਂ ਨੂੰ ਹਮੇਸ਼ਾ ਇਨਸਾਨ ਦੀ ਕਦਰ ਕਰਨੀ ਚਾਹੀਦੀ ਆ। ਅੱਜ ਜੇ ਉੱਚੀਆਂ ਕੋਠੀਆਂ ਦੇ ਵਿੱਚ ਬੈਠ ਕੇ ਕਿਸੇ ਗਰੀਬ ਦੀ ਗੱਲ ਨਾ ਸੁਣੀ
ਤਾਂ ਇਨਸਾਨ ਇੱਥੇ ਹਰ ਇੱਕ ਨੂੰ ਕੋਈ ਨਾ ਕੋਈ ਦੁੱਖ ਪੈ ਹੀ ਜਾਂਦਾ ਹੈ। ਸਿਆਣਿਆਂ ਨੇ ਕਿਹਾ ਹੈ ਕਿ ਕਿਸੇ ਗਰੀਬ ਦਾ ਦਿਲ ਨਹੀਂ ਦੁਖਾਉਣਾ ਚਾਹੀਦਾ, ਕਿਉਂਕਿ ਇਹ ਹਾਰਡ ਮਿਹਨਤ ਕਰਨ ਜਾਣਦੇ ਆ, ਪਰ ਇਹਨਾਂ ਨੂੰ ਹੱਕ ਪੂਰੇ ਮਿਲਣੇ ਚਾਹੀਦੇ ਆ। ਇਸ ਕਰਕੇ ਹੁਣ ਸਾਡਾ ਟਾਈਮ ਵੀ ਖਤਮ ਹੋਣ ਵਾਲਾ ਹੀ ਹੈ, ਅਤੇ ਅਸੀਂ ਜਿੰਨੇ ਵੀ ਕੋਲ ਆਏ ਆ, ਜਿਹੜੇ ਘਰ ਬੈਠੇ ਚੁੱਪ ਚਪੀਤੇ ਸੁਣਦੇ ਆ, ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ, ਅਤੇ ਜਿਹਨੇ ਕੋਲ ਕੀਤੇ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ, ਕਿਉਂਕਿ ਅਸੀਂ ਫਿਰ ਇੱਕ ਵਾਰੀ ਕਹਿੰਦੇ ਹਾਂ, ਸਾਡੇ ਆਂਟੀ ਜੀ ਚਮਨ ਕੌਰ ਅਤੇ ਅੰਕਲ ਜੀ ਸੋਹਣ ਲਾਲ, ਉਹਨਾਂ ਨੇ 25 ਪਾਉਂਡ ਕਾਂਸੀ ਟੀਵੀ ਲਈ ਅਤੇ 25 ਮਜ਼ਦੂਰਾਂ ਲਈ, ਹਰਮੇਸ਼ ਲਾਲ ਰੱਤੂ ਅਤੇ ਹਰਮਿੰਦਰ ਕੌਰ ਰੱਤੂ 50 ਪਾਉਂਡ ਉਹਨਾਂ ਨੇ ਮਜ਼ਦੂਰਾਂ ਵਾਸਤੇ, ਅਤੇ ਸਵਰਨ ਕੌਰ ਬਰਮਿੰਘਮ ਤੋਂ 25 ਪਾਉਂਡ ਉਹਨਾਂ ਨੇ ਮਜ਼ਦੂਰਾਂ ਲਈ ਭੇਜੇ ਹਨ। ਅਤੇ ਅਸੀਂ ਸਤਿਗੁਰ ਅੱਗੇ ਅਰਦਾਸ ਕਰਦੇ ਹਾਂ ਕਿ ਇਹਨਾਂ ਨੂੰ ਹੱਕ ਛੇਤੀ ਤੋਂ ਛੇਤੀ ਮਿਲਣ। ਸਤਿਗੁਰ ਸਭ ਦਾ ਭਲਾ ਕਰੇ। ਤੁਸੀਂ ਵੀ ਆਪਣੇ ਘਰਾਂ ਵਿੱਚ ਸਦਾ ਹੀ ਰਾਜੀ ਖੁਸ਼ੀ ਰਹੋ, ਤੰਦਰੁਸਤ ਰਹੋ। ਰੱਬ ਰਾਖਾ। ਜੈ ਗੁਰਦੇਵ, ਧੰਨ ਗੁਰਦੇਵ।